ਤੁਹਾਡੇ ਕੋਲੋਂ 10 ਸਾਲ नहीं ਸੰਭੇ ਗਏਗੇ, 7ਵੇਂ ਸਾਲ 'ਚ ਜਾ ਕੇ 7 ਸਾਲਾਂ 'ਚ ਤੁਸੀਂ ਬੇੜਾ ਕਰਕੇ ਕਰਤਾ। ਤੁਸੀਂ ਸਹੀ ਵੇ 'ਚ ਕੰਮ ਕਰਦੇ, ਆਹੀ 20-20 ਘੰਟੇ ਦਾ ਕੰਮ ਜਿਹੜੀ ਤੁਸੀਂ ਕਹਿੰਦੇ ਆ ਮੈਂ ਇੰਨੇ ਘੰਟੇ ਕੰਮ ਕੀਤਾ, ਇੰਨੇ ਘੰਟੇ ਕੰਮ ਕੀਤਾ, ਇੰਨੇ ਘੰਟੇ ਕੰਮ ਕਰਨ ਦੇ ਬਾਵਜੂਦ ਦੇਸ਼ ਦਾ ਇਹ ਹਾਲ ਆ। ਤਾਂ ਸਾਹਿਬ ਜੀ ਸਾਡੇ ਹੱਥ ਜੋੜ ਕੇ ਆ ਪ੍ਰਧਾਨ ਮੰਤਰੀ ਜੀ 3 ਸਾਲ ਪਏ ਆ, ਰਿਕੁਐਸਟ ਆ ਤੁਹਾਡੇ ਅੱਗੇ, ਜੇ ਦੇਸ਼ ਦਾ ਥੋੜਾ ਜਿਹਾ ਵੀ ਪਿਆਰ ਆ, ਦੇਸ਼ ਦੇ ਲੋਕਾਂ ਨਾਲ ਥੋੜਾ ਜਿਹਾ ਵੀ ਫਿਕਰ ਆ, ਇਸ ਦੇਸ਼ ਦੇ ਥੋੜੇ ਜਿਹੇ ਵੀ ਬੇਟੇ ਬਣਨਾ ਚਾਹੁੰਦੇ ਹੋ ਤਾਂ ਸ਼ਰਮੋ ਸ਼ਰਮੀ ਅਸਤੀਫਾ ਦੇ ਦਿਓ, ਨੈਤਿਕ ਬਲ ਦੇ ਆਧਾਰ ਤੇ ਅਸਤੀਫਾ ਦੇ ਦਿਓ। ਗੱਲ ਸੋਚਦਾ ਜਦੋਂ ਸਾਡਾ ਰੂਟ ਜਥੇਬੰਦੀਆਂ ਨੇ ਤੈਅ ਕੀਤਾ ਸੀਗਾ, ਮੰਨ ਲਓ ਅਸੀਂ ਐਸੇ ਰੂਟ ਤੇ ਜਾਵਾਂਗੇ, ਸਰਕਾਰ ਨੇ ਦੂਜਾ ਰਾਹ ਖੋਲ੍ਹਿਆ, ਦਿੱਲੀ ਪੁਲਿਸ ਕਿਹਦੇ ਅੰਡਰ ਆ, ਸੈਂਟਰ ਗਵਰਨਮੈਂਟ ਦੇ ਅੰਦਰ, ਉਹਨਾਂ ਨੇ ਰਾਹ ਗਲਤ ਖੋਲ੍ਹਿਆ, ਜਿਹੜੇ ਬੰਦੇ ਮੂਹਰੇ ਸੀਗੇ ਉਹ ਲੈ ਕੇ ਨਿਕਲ ਗਏ, ਤੁਹਾਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਸੀਗੀ। ਹੁਣ ਲੋਕ ਵਿੱਚ ਇਹ ਤਰਕ ਦਿੰਦੇ ਆ ਵੀ ਉੱਥੇ ਝੰਡਾ ਉਹ ਚਲਾਤਾ, ਕੋਈ ਗੱਲ ਨਹੀਂ, ਚਲੋ ਝੰਡਾ ਚਲਾਤਾ, ਕੋਈ ਗਾੜੀ ਗੱਲ ਮਾੜੀ ਗੱਲ ਨਹੀਂ ਕੀਤੀ ਗਈ, ਝੰਡਾ ਤਾਂ ਬਹੁਤ ਵੱਡਾ ਸੀਗਾ, ਸਰਵਉੱਚ ਝੰਡਾ ਉਹ, ਪਰ ਰੌਲਾ ਇਹ ਵੀ ਆਪਾਂ ਉਸ ਚੀਜ਼ ਨੂੰ ਆਪਾਂ ਇਹ ਨਹੀਂ ਸੋਚਿਆ ਕਿ ਵੀ ਅਸੀਂ ਗਲਤ ਰੂਟ ਟਰੈਕ ਤੇ ਜਾਵਾਂਗੇ, ਸਰਕਾਰ ਦੇ ਟਰੈਕ 'ਚ ਫਸਾਂਗੇ ਤਾਂ ਸਾਡੇ ਅੰਦੋਲਨ ਦੀ ਕਿੱਡੀ ਬਦਨਾਮੀ ਹੁੰਦੀ ਆ। ਉਹਦੇ ਨਾਲ ਸਰਕਾਰ ਦਾ ਕੁਝ ਨਹੀਂ ਕਿਹਾ, ਸਰਕਾਰ ਨੂੰ ਫਾਇਦਾ ਹੀ ਹੋਇਆ। ਜਿਹੜੇ ਲੋਕ ਮੂਹਰੇ ਗਏ ਉਹ ਵੀ ਅੱਜ ਪ੍ਰਫੁੱਲਤ ਹੋ ਗਏ, ਬਾਹਰ ਵੀ ਆ ਗਏ, ਸਾਰਾ ਕੁਝ ਹੋ ਗਿਆ ਤੇ ਕਿਸਾਨੀ ਅੰਦੋਲਨ ਦੇ ਨਾਂ ਤੇ ਧੱਬਾ ਲੱਗ ਗਿਆ। ਇੰਨੇ ਲੋਕਾਂ ਦੀ ਮੌਤ ਵਰਲਡ ਲੈਵਲ ਤੇ ਹੋ ਗਈ, ਇੰਨੇ ਲੋਕਾਂ ਦੀ ਮੌਤ ਸਾਡੇ ਹਿੰਦੁਸਤਾਨ ਦੇ ਨੈਸ਼ਨਲ ਲੈਵਲ ਤੇ ਹੋ ਗਈ, ਉਹਨਾਂ ਨੂੰ ਅਸੀਂ ਕਿਵੇਂ ਝੁਠਲਾ ਸਕਦੇ ਹਾਂ ਵੀਰ ਜੀ? ਹਾਲਾਤ ਲੋਕਾਂ ਦੇ ਸਾਹਮਣੇ ਹੁਣ ਵੀ ਕੋਈ ਹਾਲਾਤ ਠੀਕ ਨਹੀਂ ਹੋ ਗਏ। ਵੈਕਸੀਨੇਸ਼ਨ ਸਾਡੇ ਕੋਲੇ ਹੈ ਨਹੀਂ ਗੀ, ਸਰਕਾਰ ਕੁਝ ਹੋਰ ਕਹਿ ਰਹੀ ਆ, ਹਸਪੀਟਲ ਕੁਝ ਹੋਰ ਕਹਿ ਰਹੇ ਆ, ਸਟੇਟਾਂ ਦੀ ਗਵਰਨਮੈਂਟ ਕੁਝ ਹੋਰ ਕਹਿ ਰਹੀ ਆ, ਮਤਲਬ ਕਿਸੇ ਦੇ ਅੰਕੜੇ ਹੀ ਨਹੀਂ ਮਿਲਦੇ। ਘਰੇ ਵੀ ਕਹਿੰਦੇ ਹੁੰਦੇ ਆ ਮੌਤ ਦਿਖਾਈ ਦਿੰਦੀ ਆ ਬੰਦੇ ਨੂੰ, ਕੰਮ ਤੇ ਵੀ ਬੁਰਾ ਹਾਲ ਆ, ਕੰਮਕਾਰ ਵੀ ਠੱਪ ਪਏ ਆ, ਲੋਕਾਂ ਦਾ ਇਹੋ ਜਿਹਾ ਮਾੜਾ ਹਾਲ ਦੇਸ਼ ਦਿਆਂ ਦਾ ਕਦੇ ਸੋਚਿਆ ਨਹੀਂ ਸੀਗਾ ਵੀ ਆਹ ਟਾਈਮ ਵੀ ਦੇਖਣਾ ਪਊਗਾ ਕਿ ਲੋਕਾਂ ਦੀਆਂ ਲਾਸ਼ਾਂ ਨਦੀਆਂ 'ਚ ਤੈਰਦੀਆਂ ਹੋਣਗੀਆਂ, ਕੋਈ ਭੁੱਖਮਰੀ ਨਾਲ ਮਰਦਾ ਹੋਊਗਾ, ਮੌਤ ਤੋਂ ਡਰਦਾ ਬੰਦਾ ਇਲਾਜ ਬਿਮਾਰੀ ਤੋਂ ਡਰਦਾ ਹੋਇਆ ਬਾਹਰ ਨੂੰ ਭੱਜੂਗਾ, ਹਸਪੀਟਲ ਜਾਊਗਾ, ਔਰ ਹਸਪੀਟਲ 'ਚੋਂ ਵੀ 4 ਘੰਟਿਆਂ ਬਾਅਦ 5 ਘੰਟਿਆਂ ਬਾਅਦ ਬੰਦਾ ਮੁਰਦਾ ਹੀ ਹੋ ਕੇ ਵਾਪਸ ਆਊਗਾ। ਇਹ ਹਾਲਾਤ ਕਦੇ ਨਹੀਂ ਸੀ ਸੋਚੇਗੇ। ਇਹਨਾਂ ਹਾਲਾਤਾਂ ਨੇ ਇੱਥੋਂ ਤੱਕ ਚੌਂਕ ਤੱਕ ਆਉਣ ਲਈ ਮਜਬੂਰ ਕਰਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਹੀਰੇ ਬੰਦੇ ਦੀ ਟੀਮ ਜਦੋਂ ਵੀ ਕਿਤੋਂ ਲੰਘਦੀ ਆ ਜੀ, ਕੁਝ ਵੀ ਵੱਖਰਾ ਦੇਖਦੀ ਆ ਤਾਂ ਜ਼ਰੂਰ ਕੋਸ਼ਿਸ਼ ਕਰਦੀ ਹੁੰਦੀ ਆ ਵੀ ਉਹ ਕੈਮਰੇ ਦੇ ਵਿੱਚ ਕੈਦ ਕਰੇ। ਤੇ ਆਹ ਵੀਰ ਕੁਝ ਫੁੱਲਾਂਵਾਲ ਚੌਂਕ ਤੇ ਬੈਠੇ ਨੇ ਤੇ ਵਿਰੋਧ ਕਰ ਰਹੇ ਨੇ ਸਰਕਾਰ ਦਾ ਬਿਲਕੁਲ ਸ਼ਾਂਤਮਈ ਤਰੀਕੇ ਨਾਲ। ਆਪਾਂ ਕਹਿ ਦਿੰਦੇ ਆ ਜੀ ਆਮ ਲੋਕਾਂ ਕੋਲੇ ਟਾਈਮ ਨਹੀਂ ਹੈਗਾ ਬੋਲਣ ਦਾ ਤੇ ਆਵਾਜ਼ ਸਰਕਾਰ ਦੇ ਖਿਲਾਫ ਚੱਕਣ ਦਾ, ਪਰ ਇਹ ਵੀਰਾਂ ਨੇ ਇਹ ਸਾਬਤ ਕੀਤਾ ਵੀ ਆਮ ਲੋਕ ਕਿੱਦਾਂ ਆਵਾਜ਼ ਚੱਕ ਸਕਦੇ ਆ। ਇਹਨਾਂ ਦੀ ਖਾਸ ਗੱਲ ਆ ਜੀ ਕਿ ਇਹ ਦਿਨੇ ਕੰਮ ਤੇ ਜਾਂਦੇ ਨੇ, ਜਿਹੜੀ ਵੀ ਇਹ ਡਿਊਟੀ ਕਰਦੇ ਨੇ ਵੀਰ, ਇਹ ਉਹ ਦਿਨੇ ਕਰਦੇ ਨੇ ਤੇ ਸਵੇਰੇ ਸ਼ਾਮ ਇੱਥੇ ਆ ਕੇ ਆ ਫੁੱਲਾਂਵਾਲ ਚੌਂਕ 'ਚ ਆ ਕੇ ਆਪਣਾ ਜਿਹੜਾ ਸ਼ਾਂਤਮਈ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਕਰਦੇ ਆ। ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕਰਦੇ, ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ। ਆਪਣਾ ਚੌਂਕ ਦੇ ਵਿੱਚ ਬੈਠੇ ਆ, ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ, ਕੋਈ ਕੁਛ ਨਹੀਂ, ਆਰਾਮ ਨਾਲ ਬੈਠੇ ਆਪਣਾ ਵਿਰੋਧ ਕਰ ਰਹੇ ਆ। ਤੇ ਵਿਰੋਧ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਜੀ। ਇਹਨਾਂ ਵੀਰਾਂ ਨਾਲ ਆਪਾਂ ਥੋੜ੍ਹੀ ਜਿਹੀ ਹੁਣ ਗੱਲਬਾਤ ਜ਼ਰੂਰ ਕਰਾਂਗੇ, ਕੀ ਨਾਮ ਨੇ, ਕਿੱਥੋਂ ਨੇ ਤੇ ਕੀ ਇਹਨਾਂ ਦੀ ਮੰਗ ਆ। ਤੇ ਵੈਸੇ ਤਾਂ ਇਹ ਜ਼ਿਆਦਾ ਜਿਹੜਾ ਵੀ ਕਿਸਾਨੀ ਜਿਹੜੇ ਕਿਸਾਨੀ ਦੇ ਵਿਰੋਧ 'ਚ ਜਿਹੜੇ ਬਿੱਲ ਬਣੇ ਆ ਉਹਨਾਂ ਨੂੰ ਵਾਪਸ ਕਰਾਉਣ ਦੀ ਮੰਗ ਆ। ਤੇ ਕਿਸਾਨ ਅੰਦੋਲਨ ਦੇ ਹੱਕ 'ਚ ਇਹ ਵੀਰ ਬੈਠੇ ਨੇ ਤੇ ਨਾਲ ਜਿਹੜਾ ਵੀ ਸਰਕਾਰ ਦਾ ਧੱਕਾ ਵਾ ਉਹਦੇ ਲਈ ਬੈਠੇ ਨੇ। ਤੇ ਹੋਰ ਕੀ ਮੰਗਾਂ ਨੇ ਆਪਾਂ ਵੀਰਾਂ ਨਾਲ ਕਰ ਲੈਂਦੇ ਗੱਲ 'ਚ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣਾ ਨਾਮ ਮਨਿੰਦਰ ਸਿੰਘ ਢਿੱਲੋਂ ਵੀਰ ਜੀ। ਕਿੰਨੀ ਦੇਰ ਤੋਂ ਬੈਠੇ ਹੋ ਵੀਰੇ?
ਇੱਥੇ ਹੋ ਚੱਲਿਆ ਵੀਰ ਜੀ ਮਹੀਨੇ ਤੋਂ ਉੱਪਰ ਹੋ ਚੱਲਿਆ ਜੀ। ਕੀ ਮਕਸਦ ਆ ਜੀ ਬਹਿਣ ਦਾ? ਮਕਸਦ ਇੱਕ ਤਾਂ ਇਹ ਹੈ ਵੀਰ ਜੀ ਵੀ ਕਿਸਾਨਾਂ ਦੇ ਸਮਰਥਨ 'ਚ ਹੈ ਜੀ, ਔਰ ਦੂਸਰਾ ਇਹ ਹੈ ਵੀ ਸਰਕਾਰ ਨੇ ਹਾਲਾਤ ਹੀ ਲਿਆ ਕੇ ਇੱਥੋਂ ਤਾਂ ਇੰਨੇ ਮਾੜੇ ਖੜੇ ਕਰਤੇ ਕਿ ਘਰੇ ਵੀ ਕਹਿੰਦੇ ਹੁੰਦੇ ਆ ਮੌਤ ਦਿਖਾਈ ਦਿੰਦੀ ਆ ਬੰਦੇ ਨੂੰ, ਕੰਮ ਤੇ ਵੀ ਬੁਰਾ ਹਾਲ ਆ, ਕੰਮਕਾਰ ਵੀ ਠੱਪ ਪਏ ਆ। ਲੋਕਾਂ ਦਾ ਇਹੋ ਜਿਹਾ ਮਾੜਾ ਹਾਲ ਦੇਸ਼ ਦਿਆਂ ਦਾ ਕਦੇ ਸੋਚਿਆ ਨਹੀਂ ਸੀਗਾ ਵੀ ਆਹ ਟਾਈਮ ਵੀ ਦੇਖਣਾ ਪਊਗਾ ਕਿ ਲੋਕਾਂ ਦੀਆਂ ਲਾਸ਼ਾਂ ਨਦੀਆਂ 'ਚ ਤੈਰਦੀਆਂ ਹੋਣਗੀਆਂ, ਕੋਈ ਭੁੱਖਮਰੀ ਨਾਲ ਮਰਦਾ ਹੋਊਗਾ, ਮੌਤ ਤੋਂ ਡਰਦਾ ਬੰਦਾ ਇਲਾਜ ਬਿਮਾਰੀ ਤੋਂ ਡਰਦਾ ਹੋਇਆ ਬਾਹਰ ਨੂੰ ਭੱਜੂਗਾ, ਹਸਪੀਟਲ ਜਾਊਗਾ, ਔਰ ਹਸਪੀਟਲ 'ਚੋਂ ਵੀ 4 ਘੰਟਿਆਂ ਬਾਅਦ 5 ਘੰਟਿਆਂ ਬਾਅਦ ਬੰਦਾ ਮੁਰਦਾ ਹੀ ਹੋ ਕੇ ਵਾਪਸ ਆਊਗਾ। ਇਹ ਹਾਲਾਤ ਕਦੇ ਨਹੀਂ ਸੀ ਸੋਚੇਗੇ। ਇਹਨਾਂ ਹਾਲਾਤਾਂ ਨੇ ਇੱਥੋਂ ਤੱਕ ਚੌਂਕ ਤੱਕ ਆਉਣ ਲਈ ਮਜਬੂਰ ਕਰਤਾ, ਵਰਨਾ ਲੋਕਾਂ ਦੀ ਤਰ੍ਹਾਂ ਅਸੀਂ ਮੈਂ ਵੀ ਘਰੇ ਇਵੇਂ ਕਰਕੇ ਅਸੀਂ ਬੈਠੇ ਸੀਗੇ ਵੀ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ, ਜਿਵੇਂ ਸਾਰੇ ਦੇਸ਼ ਦੇ ਨਾਗਰਿਕ ਚੱਲ ਰਹੇ ਆ ਅਸੀਂ ਵੀ ਉਹਨਾਂ ਤੋਂ ਬਾਹਰ ਤਾਂ ਹੈ ਨਹੀਂ ਗਏ। ਪਰ ਜਦੋਂ ਹਾਲਾਤ ਕਹਿੰਦੇ ਆ ਹੱਦ ਤੋਂ ਜ਼ਿਆਦਾ ਮਾੜੇ ਹੋ ਜਾਣ ਤਾਂ ਫਿਰ ਉਹ ਆਪਾਂ ਨਾਲ ਬਾਹਰ ਆਉਣ ਦਾ ਵੀ ਹੱਕ ਹੁੰਦਾ ਏ। ਗਲਤ ਦੇ ਖਿਲਾਫ ਬੋਲਣਾ, ਗਲਤ ਦੇ ਖਿਲਾਫ ਲੜਨਾ, ਸੱਚ ਤੇ ਖੜਨਾ, ਸਰਬੱਤ ਦਾ ਭਲਾ ਮੰਗਣਾ, ਇਹੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਜੀ। ਉਸੇ ਦਾ ਹੋਕਾ ਦੇ ਰਹੇ ਆ ਅੱਜ ਤੇ ਉਸੇ ਦੇ ਸਮਰਥਨ ਦੇ ਵਿੱਚ ਇੱਥੇ ਖੜੇ ਆ ਜੀ। ਜਿਹੜੀਆਂ ਵੀ ਗੱਲਾਂ ਕਹੀਆਂ ਜੀ ਕੌਣ ਜ਼ਿੰਮੇਵਾਰ ਆ ਉਹਦੇ ਲਈ, ਕਿਹਨੂੰ ਮੰਨਦੇ? ਇਹਨਾਂ ਐਕਚੁਅਲੀ ਸਰਕਾਰ ਨੇ ਸਰ ਹਾਲਾਤ ਇਹੋ ਜਿਹੇ ਖੜੇ ਕਰਤੇ, ਮਤਲਬ ਕਿਸੇ ਦਾ ਜੀ ਤਾਂ ਨਹੀਂ ਕਰਦਾਗਾ। ਹੁਣ ਤੁਸੀਂ ਦੇਖੋ ਮੈਂ 4 ਵਜੇ 4:30 ਵਜੇ ਆ ਕੇ ਇੱਥੇ ਖੜ ਜਾਂ ਡਿਊਟੀ ਦਿੰਦਾ ਜੀ। ਕਿਸੇ ਨਾਲ ਕੋਈ ਪਰੇਸ਼ਾਨੀ ਨਹੀਂ, ਕਿਸੇ ਨੂੰ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ, ਕਿਸੇ ਨਾਲ ਕੋਈ, ਲੋਕ ਐਪਰੀਸ਼ੀਏਟ ਇੰਨਾ ਕਰਕੇ ਜਾਂਦੇ ਆ। ਮੈਂ ਖੁਦ ਨਹੀਂ ਸੀ ਸੋਚਿਆ ਵੀ ਇੰਨਾ ਗੁੱਡ ਰਿਸਪੌਂਸ ਮਿਲੂਗਾ, ਇੰਨਾ ਸੋਹਣਾ ਰਿਸਪੌਂਸ ਮਿਲੂਗਾ ਆਵਾਮ ਵੱਲੋਂ ਜੀ। ਜੇ ਇੰਨੀ ਖਾਮੋਸ਼ੀ ਦੇ ਵਿੱਚ ਮੈਨੂੰ ਲੱਗਦਾ ਇਹ ਸੀਗਾ ਵੀ ਦੇਖਣ ਵਾਲਿਆਂ ਨੂੰ ਬਹੁਤ ਔਡ ਫੀਲ ਹੋਊਗਾ ਵੀ ਮੁੰਡਾ ਧੁੱਪ 'ਚ ਪਤਾ ਨਹੀਂ ਕੀ ਗੱਲ ਹੋ ਗਈ ਬੈਠਾ ਰਹਿੰਦਾ ਏ, ਪਰ ਹੁਣ ਲੋਕ ਐਪਰੀਸ਼ੀਏਟ ਹੀ ਇੰਨਾ ਕਰਕੇ ਜਾਂਦੇ ਆ, ਹੌਸਲਾ ਅਫਜ਼ਾਈ ਇੰਨੀ ਕਰਕੇ ਜਾਂਦੇ ਆ ਵੀ ਉਹ ਚੀਜ਼ ਨੇ ਉਬਾਲਾ ਹੋਰ ਡਬਲ ਕਰਤਾ। ਜਿੰਨਾ ਛੋਟੇ ਲੈਵਲ ਤੇ ਸੋਚ ਕੇ ਕੀਤਾ ਸੀਗਾ, ਪਰ ਹੁਣ ਆਪਣੇ ਆਪ ਨੂੰ ਇਹ ਲੱਗਦਾ ਵੀ ਕਈ ਵਾਰ ਵੀ ਕੰਮ ਵੀ ਛੱਡ ਕੇ ਇੱਥੇ ਬੈਠੀਏ ਸਾਰਾ ਦਿਨ ਜੀ। ਬਸ ਹੱਲ ਹੁਣ ਇਹੀ ਆ ਵੀ ਸਾਨੂੰ ਬਾਹਰ ਤਾਂ ਅਲਟੀਮੇਟਲੀ ਦੇਖੋ ਨਿਕਲਣਾ ਪੈਣਾ, ਕਿਉਂਕਿ ਹਾਲਾਤ ਹੀ ਸਾਡੇ ਸਾਹਮਣੇ ਇੰਨੇ ਮਾੜੇ ਹੋ ਗਏ। ਕੰਮ ਭਾਈ ਕਚਹਿਰੀਆਂ 'ਚ ਕੰਮ ਕਰਦੇ ਆ ਜੀ। ਡਿਊਟੀ 9:30 10 ਵਜੇ ਚਲੇ ਜਾਈਦਾ ਜੀ। ਸਵੇਰੇ ਘੰਟਾ 1.5 ਘੰਟਾ ਲੱਗਦਾ ਜੀ। ਨਹੀਂ ਘਰ ਹੋ ਕੇ ਫਿਰ ਬੈਨਰ ਵਗੈਰਾ ਲੈ ਕੇ ਫਿਰ ਵਾਪਸ ਆਉਣਾ ਪੈਂਦਾ ਜੀ, ਤੇ ਉਹ ਸਮਾਨ ਸਾਰਾ ਘਰੇ ਰੱਖਿਆ ਹੁੰਦਾ ਜੀ। ਸਵੇਰੇ ਜਾਂਦੇ ਹੋਏ ਰੱਖ ਕੇ ਜਾਈਦਾ, ਆਉਂਦੇ ਹੋਏ ਫਿਰ ਸ਼ਾਮ ਨੂੰ ਆ ਕੇ ਲੈ ਕੇ ਆਈਦਾ ਜੀ। ਸ਼ਾਮੀ 7 ਵਜੇ ਤੱਕ ਭਾਈ, 6:30 ਪੌਣੇ 7 ਵਜੇ ਤੱਕ ਕਿੰਨਾ ਕੁ ਟਾਈਮ ਹੁੰਦਾ, ਯਾਨੀ 7 ਦਾ ਟਾਈਮ ਮੈਕਸਿਮਮ ਰੱਖਿਆ ਹੋਇਆ ਵੀ ਵੱਧ ਤੋਂ ਵੱਧ 7 ਵਜੇ ਤੱਕ ਲਿਆ ਕਰੀਏ। ਨਹੀਂ ਘਰਦਿਆਂ ਨੂੰ ਫਿਕਰ ਤਾਂ ਦੇਖੋ ਇਸ ਗੱਲ ਦੀ ਹੁੰਦੀ ਹੈ ਜੀ ਵੀ ਸਾਰੀ ਦੁਨੀਆ ਚੁੱਪ ਬੈਠੀ ਆ, ਮਾਂ-ਬਾਪ ਨੂੰ ਫਿਕਰ ਤਾਂ ਹੁੰਦੀ ਆ ਵੀ ਪੁੱਤ ਤੂੰ ਵੀ ਚੁੱਪ ਹੀ ਰਹਿ, ਤੂੰ ਵੀ ਕੀ ਕਰਨਾ, ਸਾਰਿਆਂ ਦੇ ਨਾਲ ਹੀ ਆ। ਪਰ ਹੁਣ ਉਹਨਾਂ ਨੂੰ ਵੀ ਪਤਾ, ਉਹ ਵੀ ਰੋਜ਼ ਟੀਵੀ ਤੇ ਇਹੀ ਕੁਛ ਹੀ ਦੇਖਦੇ ਆ, ਹਾਲਾਤ ਇਹੀ ਦੇਖਦੇ ਆ ਵੀ ਇੰਨੇ ਮਾੜੇ ਹੋ ਚੁੱਕੇ ਆ। ਹੁਣ ਉਹਨਾਂ ਨੇ ਵੀ ਹੱਲਾਸ਼ੇਰੀ ਹੁਣ ਦੇਣੀ ਸ਼ੁਰੂ ਕੀਤੀ ਆ ਵੀ ਕੋਈ ਗੱਲ ਨਹੀਂ ਪੁੱਤ, ਜਿਹੜੀਆਂ ਚੀਜ਼ਾਂ ਤੂੰ ਕਰ ਰਿਹਾ ਉਹ ਬਹੁਤ ਸੋਚ ਸਮਝ ਕੇ ਕਰ ਰਿਹਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰ ਰਿਹਾ, ਸਰਬੱਤ ਦੇ ਭਲੇ ਲਈ ਕਰ ਰਿਹਾ, ਸਾਰਿਆਂ ਦੇ ਲਈ ਕਰ ਰਿਹਾ। ਜਦੋਂ ਵੀ ਕੋਈ ਮੰਨ ਲਓ ਆਪਣੇ ਕਿਸੇ ਉਪਰਾਲੇ ਨਾਲ ਕੁਝ ਠੀਕ ਵੀ ਹੁੰਦਾ ਤਾਂ ਉਹਦਾ ਫਾਇਦਾ ਤਾਂ ਸਾਰੇ ਦੇਸ਼ ਨੂੰ ਹੋਣਾ, ਸਾਰੇ ਲੋਕਾਂ ਨੂੰ ਹੋਣਾ। ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਵੀ ਇੱਕ ਹਾਂ ਜੀ। ਸਰਕਾਰ ਤੋਂ ਸਰ ਇਹੀ ਚਾਹੁੰਦੇ ਆ ਵੀ ਹਾਲਾਤ ਦੇਸ਼ ਦੇ ਲੋਕਾਂ ਦੇ ਸਾਹਮਣੇ ਇੰਨੇ ਮਾੜੇ ਕਦੇ ਨਹੀਂ ਕਰਨੇ ਚਾਹੀਦੇ ਕਿ ਲੋਕਾਂ ਨੂੰ ਆਪਦੀ ਜ਼ਿੰਦਗੀ ਨਾਲੋਂ ਮੋਹ ਹੀ ਖਤਮ ਹੋ ਜੇ। ਹੁਣ ਹਲੇ ਵੀ ਲੋਕ ਇੰਨੀ ਔਖਿਆਈ ਦੇ ਵਿੱਚ, ਆ ਜਿਹੜਾ 14-15 ਮਹੀਨਿਆਂ ਦਾ ਆਪਾਂ ਕੋਵਿਡ ਪੀਰੀਅਡ ਦੇਖ ਲਿਆ, ਇਦੋਂ ਪਹਿਲਾਂ ਕਿਹੜਾ ਹਾਲਾਤ ਠੀਕ ਸੀਗੇ। ਲੋਕ ਕਹਿੰਦੇ ਆ ਇਕਨੋਮੀ ਹੁਣ ਗਿਰ ਗਈ, ਸਰਕਾਰ ਹੁਣ ਸਪਸ਼ਟੀਕਰਨ ਦੇ ਰਹੀ ਆ ਇਕਨੋਮੀ ਗਿਰ ਗਈ ਜੀ, ਤਾਂ ਸਾਰਾ ਕੁਝ ਲੋ ਹੋ ਗਿਆ, ਕੰਮ ਧੰਦੇ ਬੰਦ ਹੋ ਗਏ। ਕੰਮ ਧੰਦੇ ਤਾਂ 14 ਤੋਂ ਬਾਅਦ 'ਚ ਹੀ ਬੰਦ ਹੋਣੇ ਸ਼ੁਰੂ ਹੋ ਗਏ ਸੀਗੇ। ਸਰਕਾਰ ਦੀਆਂ ਗਲਤ ਪਾਲਿਸੀਆਂ ਨੇ ਹਾਲਾਤ ਇੱਥੋਂ ਤੱਕ ਲਿਆ ਕੇ ਖੜੇ ਕਰਤੇ ਵੀ ਉਹ ਤਾਂ ਕੋਵਿਡ ਪੀਰੀਅਡ ਆ ਗਿਆ ਵਿੱਚ। ਕੋਵਿਡ ਪੀਰੀਅਡ ਹੁਣ ਇੰਟਰਨੈਸ਼ਨਲੀ ਦੇਖਿਆ ਜਾਵੇ, ਵੱਡੇ ਆਰਟੀਕਲ ਪੜ੍ਹਦੇ ਆ ਲੋਕਾਂ ਦੇ, ਬੁੱਧੀਜੀਵੀਆਂ ਦੇ, ਤਾਂ ਉਹ ਕਹਿੰਦੇ ਆ ਵੀ ਇਹ ਸਾਜ਼ਿਸ਼ ਇੱਕ ਬਹੁਤ ਵੱਡੀ, ਪਰ ਉਹ ਚੀਜ਼ ਨੂੰ ਮੈਟਰ ਨੂੰ ਸਾਈਡ ਤੇ ਵੀ ਕਰ ਦਈਏ। ਲੋਕ ਤਾਂ ਮਰੇ ਹੋਏ, ਇਹਨੂੰ ਤਾਂ ਝੁਠਲਾ ਨਹੀਂ ਨਾ ਸਕਦੇ ਕਿ ਅਸੀਂ, ਸਾਡੇ ਦੇਸ਼ ਦੇ ਕਿੰਨੇ ਲੋਕ ਮਰ ਗਏ। ਅਮਰੀਕਾ ਦੇ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ ਦੀ ਇਹ ਪਿੱਛੇ ਜਿਹਾ ਆਇਆ ਸੀਗਾ ਸਰਵੇ ਵੀ ਅਗਰ ਅੰਦਾਜ਼ਾ ਲਾਇਆ ਜਾਵੇ ਭਾਰਤ ਦੇ ਵਿੱਚ ਕਿੰਨੇ ਲੋਕ ਮਰੇ ਹੋਣਗੇ ਤਾਂ ਉਹਨਾਂ ਦਾ 4.2 ਮਿਲੀਅਨ ਦੱਸਿਆ ਹੋਇਆ ਸੀਗਾ। 42 ਲੱਖ ਦੇ ਲੋਕ ਉਹਨਾਂ ਦਾ ਅੰਦਾਜ਼ਨ ਸੀਗਾ,
ਤੇ ਸਰਕਾਰੀ ਅੰਕੜੇ ਦੇ ਹਿਸਾਬ ਨਾਲ ਜੇ ਉਦੋਂ ਉਹ ਦੱਸਣ ਵੀ ਸਰਕਾਰ ਕਹਿੰਦੀ ਆ 1.5-2 ਕਰੋੜ 3 ਕਰੋੜ ਮਰੇ ਆ, ਤਾਂ ਉਹ ਕਹਿੰਦੇ ਸੀ 6 ਕਰੋੜ ਮਰੇ ਆ, ਤੇ ਅੰਦਾਜ਼ਨ ਉਹਨਾਂ ਨੇ 10 ਕਰੋੜ ਤੋਂ ਲਿਆ ਕੇ 42 ਲੱਖ ਤੱਕ ਖੜਾ ਕੀਤਾ ਏ। ਹੁਣ ਇੰਨੇ ਲੋਕਾਂ ਦੀ ਮੌਤ ਵਰਲਡ ਲੈਵਲ ਤੇ ਹੋ ਗਈ, ਇੰਨੇ ਲੋਕਾਂ ਦੀ ਮੌਤ ਸਾਡੇ ਹਿੰਦੁਸਤਾਨ ਦੇ ਨੈਸ਼ਨਲ ਲੈਵਲ ਤੇ ਹੋ ਗਈ, ਉਹਨਾਂ ਨੂੰ ਅਸੀਂ ਕਿਵੇਂ ਝੁਠਲਾ ਸਕਦੇ ਹਾਂ ਵੀਰ ਜੀ। ਹਾਲਾਤ ਲੋਕਾਂ ਦੇ ਸਾਹਮਣੇ ਹੁਣ ਵੀ ਕੋਈ ਹਾਲਾਤ ਠੀਕ ਨਹੀਂ ਹੋ ਗਏ। ਵੈਕਸੀਨੇਸ਼ਨ ਸਾਡੇ ਕੋਲੇ ਹੈ ਨਹੀਂ ਗੀ, ਸਰਕਾਰ ਕੁਝ ਹੋਰ ਕਹਿ ਰਹੀ ਆ, ਹਸਪੀਟਲ ਕੁਝ ਹੋਰ ਕਹਿ ਰਹੇ ਆ, ਸਟੇਟਾਂ ਦੀ ਗਵਰਨਮੈਂਟ ਕੁਝ ਹੋਰ ਕਹਿ ਰਹੀ ਆ, ਮਤਲਬ ਕਿਸੇ ਦੇ ਅੰਕੜੇ ਹੀ ਨਹੀਂ ਮਿਲਦੇਗੇ। ਵੈਕਸੀਨੇਸ਼ਨ ਦੇ ਤਾਂ ਅਸੀਂ ਹੁਣ ਕੱਲ ਪਰਸੋਂ ਰਾਤ ਪ੍ਰਧਾਨ ਮੰਤਰੀ ਜੀ ਨੇ ਐਡਰੈਸ ਟੂ ਨੇਸ਼ਨ ਕੀਤਾ, ਉਹਦੇ ਵਿੱਚ ਤੁਸੀਂ ਦੇਖੋ ਹਾਲਾਤ ਕਦੋਂ ਠੀਕ ਹੁੰਦੇ ਨੇ, ਜਦੋਂ ਪਿਛਲੀਆਂ ਗਲਤੀਆਂ ਨੂੰ ਅਸੀਂ ਮੰਨ ਲਈਏ, ਐਕਸੈਪਟ ਕਰ ਲਈਏ, ਫਿਰ ਸਾਨੂੰ ਹੁੰਦਾ ਵੀ ਸਰਕਾਰ ਗਲਤੀ ਮੰਨ ਰਹੀ ਆ, ਹੁਣ ਗਾਂ ਸਹੀ ਕਰੂਗੀ, ਡਿਸੀਜਨ ਸਹੀ ਲਊਗੀ। ਇੰਨੀ ਤਬਾਹੀ ਤੋਂ ਬਾਅਦ 'ਚ ਵੀ ਪ੍ਰਧਾਨ ਮੰਤਰੀ ਜੀ ਦੇ TV ਤੇ ਆ ਕੇ ਇਹ ਗੱਲ ਕਹਿਣਾ ਬਈ ਜਿਹੜਾ ਪਲਸ ਪੋਲੀਓ ਦਾ ਅਭਿਆਨ ਚੱਲਦਾ ਸੀਗਾ ਉਹ ਕਿਹੜਾ ਛੋਟਾ ਸੀਗਾ, ਉਹਦੇ ਤਰਕ ਦੇਣੇ ਆਪਦੀਆਂ ਗਲਤੀਆਂ ਨੂੰ, ਆਪਦੀਆਂ ਨਲਾਇਕੀਆਂ ਨੂੰ ਛੁਪਾਉਣ ਲਈ ਤੁਸੀਂ ਪਲਸ ਪੋਲੀਓ ਸਾਡੇ ਆਜ਼ਾਦ ਭਾਰਤ ਦਾ ਉਹ ਮਿਸ਼ਨ ਸੀਗਾ ਜਿਹਦੇ ਵਿੱਚ ਇੱਕ ਦਿਨ ਦੇ ਵਿੱਚ 17 ਕਰੋੜ ਲੋਕਾਂ ਨੂੰ ਪੋਲੀਓ ਦੀਆਂ ਬੂੰਦਾਂ ਦਿੱਤੀਆਂ ਗਈਆਂ। ਸਰਕਾਰ ਤੁਹਾਨੂੰ ਇਹ ਨਹੀਂ ਦੱਸੂਗੀ। ਸਰਕਾਰ ਆਪਦੀ ਗਿਣਤੀ ਕਾਹਦੇ ਨਾਲ ਕਰਦੀ ਹੈ, ਕਿਹੜੇ ਦੇਸ਼ਾਂ ਨਾਲ ਕਰਦੀ ਹੈ ਭਾਰਤ ਦੀ? ਜਿੱਥੇ ਆਪਦਾ ਫਾਇਦਾ ਦਿਖਾਉਣਾ ਹੁੰਦਾ ਹੈ ਉੱਥੇ ਉਹ ਆਪਦੀ ਗਿਣਤੀ ਛੋਟੀਆਂ ਕੰਟਰੀਆਂ ਨਾਲ ਕਰਦੀ ਆ। ਛੋਟੀਆਂ ਕੰਟਰੀਆਂ ਨਾਲ ਸਾਡਾ ਕੀ ਮੇਲ ਆ ਬਈ? ਵਰਲਡ ਲੈਵਲ ਤੇ ਅਸੀਂ 5ਵੀਂ ਇਕਨੋਮੀ ਵੱਜਦੇ ਹਾਂ, 5ਵੀਂ ਅਰਥ ਵਿਵਸਥਾ ਹੋਣ ਦੇ ਬਾਵਜੂਦ ਵਰਲਡ ਲੈਵਲ ਤੇ ਜਦੋਂ ਦਾ ਸਰਕਾਰ ਦੀ ਵਾਹਵਾਹੀ ਦੀ ਗੱਲ ਆਉਂਦੀ ਆ ਉਦੋਂ ਤਾਂ ਤੁਸੀਂ ਵਰਲਡ ਲੈਵਲ ਤੇ ਆਪਦੀ 5ਵੀਂ ਇਕਨੋਮੀ ਹੋਣ ਦੀ ਗੱਲ ਕਰਦੇ ਹੋ, ਅਮਰੀਕਾ ਨਾਲ ਆਪਣਾ ਕੰਪੈਰੀਜ਼ਨ ਕਰਦੇ ਹੋ, 5 ਉੱਪਰ ਆਪਣੇ ਤੋਂ ਉੱਪਰਲੀਆਂ 4 ਅਰਥ ਵਿਵਸਥਾਵਾਂ ਨਾਲ ਕੰਪੇਅਰ ਕਰਦੇ ਹੋ। ਜਦੋਂ ਲੋਕਾਂ ਦਾ ਧਿਆਨ ਭਟਕਾਉਣਾ ਹੁੰਦਾ ਹੈ, ਲੋਕਾਂ ਨੂੰ ਗਲਤ ਐਡਰੈਸ ਕਰਨਾ ਹੁੰਦਾ ਹੈ, ਆਪਦੀਆਂ ਗਲਤੀਆਂ ਨੂੰ ਛੁਪਾਉਣਾ ਹੁੰਦਾ ਹੈ, ਉਦੋਂ ਤੁਸੀਂ ਇਹ ਗੱਲ ਕਹਿੰਦੇ ਆ ਵੀ ਆਪਦਾ ਕੰਪੈਰੀਜ਼ਨ ਜਿਹੜਾ ਕਰਦੇ ਆ ਉਹ ਤੁਸੀਂ ਛੋਟੀਆਂ ਕੰਟਰੀਆਂ ਨਾਲ ਕਰਦੇ ਆ। ਮਤਲਬ ਝੂਠ ਬੋਲਣ ਦੀ ਵੀ ਇੱਕ ਹੱਦ ਪਾਰ ਕਰਤੀ ਆ ਮੌਜੂਦਾ ਸਰਕਾਰ ਨੇ। ਵਰਨਾ ਕਿਹਦਾ ਜੀ ਕਰਦਾ ਵੀ 44-45 ਡਿਗਰੀ ਟੈਂਪਰੇਚਰ ਦੇ ਵਿੱਚ ਗਰਮੀ ਦੇ ਵਿੱਚ ਕੋਈ ਚੌਂਕ ਦੇ ਵਿੱਚ ਆ ਕੇ ਬੈਠੇ। ਹਰ ਬੰਦਾ ਇਹੀ ਚਾਹੁੰਦਾ ਹੁੰਦਾ ਸਾਡੇ ਲਈ ਹਾਲਾਤ ਅਨੁਕੂਲ ਹੋਣ, ਸਾਡੇ ਕੰਮ ਧੰਦੇ ਚੱਲਣ, ਅਸੀਂ ਸਰਕਾਰ ਨੂੰ ਆਪਦੀ ਕਮਾਈ ਕਰੀਏ, ਉਹਦੇ 'ਚੋਂ ਸਰਕਾਰ ਨੂੰ ਟੈਕਸ ਭਰੀਏ ਇਮਾਨਦਾਰੀ ਨਾਲ, ਇੱਕ ਆਮ ਇਮਾਨਦਾਰ ਨਾਗਰਿਕ ਹੋ ਕੇ ਆਪਦੀ ਜ਼ਿੰਦਗੀ ਜੀਏ। ਸਾਡਾ ਕੋਈ ਮਤਲਬ ਨਹੀਂ 5 ਸਾਲ ਬਾਅਦ MP ਦੀਆਂ ਵੋਟਾਂ ਮੰਗਣਗੇ ਅਸੀਂ ਵੋਟ ਦੇ ਆਵਾਂਗੇ ਜਿਹੜਾ ਚੰਗਾ ਕਰੂਗਾ, ਮੁੱਖ ਮੰਤਰੀ ਦੀਆਂ ਵੋਟਾਂ ਮੰਗਣਗੇ ਅਸੀਂ ਮੁੱਖ ਮੰਤਰੀ ਦੀ ਵੋਟ ਦੇ ਆਵਾਂਗੇ। ਆਵਾਮ ਦਾ ਫੰਡਾ ਬਹੁਤ ਕਲੀਅਰ ਜਿਹਾ ਹੁੰਦਾ ਹੈ, ਸੁਖਮਈ ਜੀਵਨ ਦਾ ਸਾਡਾ ਕੌਂਸਟੀਟਿਊਸ਼ਨ ਇਹ ਗੱਲ ਕਹਿੰਦਾ ਹੈ। ਸਾਨੂੰ ਸਾਫ਼ ਸ਼ੁੱਧ ਹਵਾ ਪਾਣੀ, ਸਾਨੂੰ ਸ਼ੁੱਧ ਜੀਵਨ, ਸਾਨੂੰ ਸਾਰੇ ਮੌਲਿਕ ਅਧਿਕਾਰਾਂ ਦੇ ਸਹਿਤ ਸਾਨੂੰ ਆਪਣਾ ਸੁਖਮਈ ਜੀਵਨ ਦਾ ਸਾਨੂੰ ਕੌਂਸਟੀਟਿਊਸ਼ਨ, ਸਾਡਾ ਸੰਵਿਧਾਨ ਸਾਨੂੰ ਆਗਿਆ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ। ਸਰਕਾਰ ਸਾਡੇ ਕੌਂਸਟੀਟਿਊਸ਼ਨ ਨੂੰ ਹੀ ਬਾਈਪਾਸ ਕਰ ਰਹੀ ਹੈ। ਜਿੰਨੇ ਫੈਸਲੇ ਮੋਦੀ ਸਰਕਾਰ ਨੇ 7 ਸਾਲਾਂ 'ਚ ਕੀਤੇ ਆ, ਕੋਈ ਇੱਕ ਫੈਸਲਾ ਜ਼ਮੀਨ ਤੇ ਬੈਠ ਕੇ, ਚੌਂਕ 'ਚ ਬੈਠ ਕੇ, ਗਰਾਊਂਡ ਲੈਵਲ ਤੇ ਸਾਡੇ ਨਾਲ ਡਿਬੇਟ ਕਰ ਲੇ ਵੀ ਉਹ ਅਨਕੌਂਸਟੀਟਿਊਸ਼ਨ ਨਾ ਸਾਬਤ ਹੋਵੇ। ਕੌਂਸਟੀਟਿਊਸ਼ਨ ਨੂੰ ਜਿੱਦਾਂ ਸਰਕਾਰ ਇਹ ਮੰਨਣਾ ਹੀ ਨਹੀਂ ਚਾਹੁੰਦੀ ਗੀ। ਸੁਪਰੀਮ ਕੋਰਟ ਤੱਕ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਸੈਕੰਡ ਲੇਅਰ ਦੇ ਵਿੱਚ ਹੀ 3 ਵਾਰ ਸੁਪਰੀਮ ਕੋਰਟ ਝਾੜ ਪਾ ਚੁੱਕੀ ਆ। 35,000 ਕਰੋੜ ਦਾ ਬਜਟ ਰੱਖਿਆ ਗੌਰਮੈਂਟ ਨੇ, ਵਿੱਤ ਮੰਤਰੀ ਨੇ ਕੋਵਿਡ ਪੀਰੀਅਡ ਦੇ ਵਿੱਚ ਵੈਕਸੀਨੇਸ਼ਨ ਲਈ। ਹੁਣ ਤੁਸੀਂ ਜ਼ਿੰਮੇਵਾਰੀ ਸਟੇਟਾਂ ਤੇ ਪਾਤੀ, ਸਟੇਟਾਂ ਆਪਦਾ ਇੰਜੈਕਸ਼ਨ ਆਪ ਖਰੀਦਣ। ਫਿਰ ਤੁਸੀਂ ਵਿੱਚ ਸ਼ਰਤ ਇਹ ਗੱਲ ਲਾਤੀ ਬਈ ਗਲੋਬਲ ਟੈਂਡਰਿੰਗ ਵਾਲਾ ਕਰਤਾ, ਕੰਪਨੀਆਂ ਨੇ ਸਟੇਟਾਂ ਨੂੰ ਜਵਾਬ ਦੇਤਾ। ਹੁਣ ਸਟੇਟਾਂ ਜਾਣ ਕਿੱਧਰ ਨੂੰ ਬਈ? ਕੰਪਨੀਆਂ ਇਹ ਕਹਿੰਦੀਆਂ ਵੀ ਸੈਂਟਰ ਖਰੀਦੇ ਸਾਡੇ ਕੋਲੋਂ, ਸੈਂਟਰ ਉੱਪਰੋਂ ਪੱਲਾ ਝਾੜਦਾ ਪਿਆ ਏ। ਉਸ ਤੋਂ ਬਾਅਦ 'ਚ ਹੀ ਜਦੋਂ ਸਾਰੀ ਆਹ ਜ਼ਿਆਦਾ ਥੂ ਹੋਣ ਲੱਗੀ ਤਾਂ ਪ੍ਰਧਾਨ ਮੰਤਰੀ ਜੀ ਨੇ ਪਰਸੋਂ ਐਡਰੈਸ ਟੂ ਨੇਸ਼ਨ ਕੀਤਾ, ਉਹਦੇ ਵਿੱਚ ਸਾਰਾ ਝੂਠ। ਮੈਂ ਤਾਂ ਹੈਰਾਨ ਇਸ ਗੱਲ ਤੇ ਆ ਬਈ ਸਾਨੂੰ ਇੱਥੇ ਚੌਂਕ 'ਚ ਬੈਠਣ ਦੀ ਲੋੜ ਹੀ ਨਹੀਂ ਗੀ। ਮੇਰੀ ਪ੍ਰਧਾਨ ਮੰਤਰੀ ਜੀ ਅੱਗੇ ਹੱਥ ਜੋੜ ਕੇ ਅਪੀਲ ਆ, ਜਿਹੜੀ ਬੇਸ਼ਰਮੀ ਦੀ ਗੁੜਤੀ ਤੁਹਾਨੂੰ ਮਿਲੀ ਹੋਈ ਆ, ਸਾਨੂੰ ਵੀ ਉਹਦਾ ਇੰਜੈਕਸ਼ਨ ਦਿਓ, ਉਹਦੀ ਵੈਕਸੀਨੇਸ਼ਨ ਦਿਓ। ਅਸੀਂ ਵੀ ਭੁੱਲੀਏ ਸਾਰਾ ਕੁਝ, ਅਸੀਂ ਵੀ ਬੇਸ਼ਰਮ ਬਣੀਏ ਤੁਹਾਡੇ ਵਾਂਗੂ, ਅਸੀਂ ਵੀ ਝੂਠ ਬੋਲੀਏ ਲੋਕਾਂ ਨੂੰ, ਪਰਵਾਹ ਨਾ ਕਰੀਏ ਆਪਦੇ ਦੇਸ਼ ਦੇ ਲੋਕਾਂ ਦੀ, ਸਿਰਫ ਆਪ ਦਾ ਸੋਚੀਏ। ਜਿਵੇਂ ਪ੍ਰਧਾਨ ਮੰਤਰੀ ਜੀ ਆਪ ਦਾ ਸੋਚਦੇ ਆ, ਬਸ ਆਪਦੀ ਪੋਲੀਟਿਕਸ, ਆਪਦੀ ਕੁਰਸੀ, ਆਪਦੀ ਸੱਤਾ। ਇੱਕ ਬੰਦਾ ਦੇਸ਼ ਤੋਂ ਵੱਡਾ ਕਿਵੇਂ ਹੋ ਸਕਦਾ ਭਾਜੀ? ਅਸੀਂ ਕੱਲ੍ਹ ਨੂੰ ਮੰਨ ਲਓ ਅਸੀਂ ਵੀ ਵੱਡੇ ਹੋ ਜਾਈਏ, ਅਸੀਂ ਇੱਥੇ ਖੜ੍ਹ ਕੇ ਚੌਂਕ 'ਚ ਅੱਜ ਵੀ ਇਹ ਗੱਲ ਕਹਿੰਦੇ ਆ ਵੀ ਕੱਲ੍ਹ ਨੂੰ ਰੱਬ ਨਾ ਕਰੇ, ਵੈਸੇ ਤਾਂ ਚਲੋ ਇਹ ਹਾਲਾਤ ਹੀ ਹੈ ਨਹੀਂ ਗੇ ਵੀ ਇੱਕ ਚੌਂਕ 'ਚ ਖੜ੍ਹਨ ਵਾਲਾ ਬੰਦਾ ਪ੍ਰਧਾਨ ਮੰਤਰੀ ਬਣੇ, ਪਰ ਅਸੀਂ ਕਹਿੰਦੇ ਹਾਂ ਕੱਲ੍ਹ ਨੂੰ ਅਸੀਂ ਵੀ ਉੱਥੇ ਉਸ ਜਗ੍ਹਾ 'ਤੇ ਬੈਠੀਏ ਤਾਂ ਸਾਡੀ ਗਲਤੀ ਦਾ ਵਿਰੋਧ ਕਰਨ ਦਾ ਵੀ ਸਾਡੇ ਭਰਾਵਾਂ ਨੂੰ ਹੱਕ ਆ ਬਰਾਬਰ। ਜਿੱਦਣ ਅਸੀਂ ਗਲਤੀ ਕਰਾਂਗੇ ਉਹਨਾਂ ਨੂੰ ਚੌਂਕ 'ਚ ਈਵਨ ਕਿ ਵਿਰੋਧ ਕਰਨਾ ਤਾਂ ਦੂਰ ਦੀ ਗੱਲ, ਮੇਰੇ ਘਰ ਤੱਕ ਜਾਣ ਦਾ ਹੱਕ ਆ ਉਹਨਾਂ ਦਾ ਵੀ ਤੁਹਾਡਾ ਪੁੱਤ ਭਾਈ ਆਹ ਕਰਦਾ ਏਡੀ ਪੋਸਟ 'ਤੇ ਬੈਠ ਕੇ, ਕਿਉਂਕਿ ਉਹ ਜਨਤਕ ਪੋਸਟ ਆ, ਉਹ ਪਬਲਿਕਲੀ ਪੋਸਟ ਆ, ਉਹ ਚੁਣਿਆ ਹੋਇਆ ਨੁਮਾਇੰਦਾ ਪੂਰੇ ਦੇਸ਼ ਦਾ। ਜਿੰਨਾ ਪਿਆਰ, ਜਿੰਨਾ ਸਤਿਕਾਰ, ਜਿੰਨਾ ਸਨਮਾਨ
ਆਜ਼ਾਦ ਭਾਰਤ ਦੇ ਵਿੱਚ ਨਰਿੰਦਰ ਮੋਦੀ ਜੀ ਨੂੰ ਮਿਲਿਆ ਏ, ਉਹ ਹਿੰਦੁਸਤਾਨ ਦੇ ਆਜ਼ਾਦ ਭਾਰਤ ਦੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਿਆ। ਜਿੱਡੀ ਪਾਰਟੀ ਹੋਣ ਦਾ ਤਮਗਾ ਬੀਜੇਪੀ ਸਰਕਾਰ ਨੂੰ ਮਿਲਿਆ ਏ, ਓਡਾ ਤਮਗਾ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਅੱਜ ਤੱਕ। ਤੁਸੀਂ ਮਤਲਬ ਕਰੋ। ਮੈਂ ਇਹ ਸੋਚਦਾ ਹਾਂ ਨਾ ਕਈ ਵਾਰ ਵੀ ਇਹ ਸਰਕਾਰ ਰਿਵਰਸ ਚੱਲ ਗਈ ਥੋੜ੍ਹਾ ਜਿਹਾ। ਅਗਰ ਇਹੀ 18-18 20-20 ਘੰਟੇ ਮਿਹਨਤ ਇਹਨਾਂ ਨੇ ਪੋਜ਼ਿਟਿਵ ਵੇ 'ਚ ਸਹੀ ਦਿਸ਼ਾ 'ਚ ਕੀਤੀ ਹੁੰਦੀ, ਲੋਕਾਂ ਲਈ ਕੰਮ ਕੀਤਾ ਹੁੰਦਾ, ਜਿੰਨਾ ਪਿਛਲੀਆਂ ਸਰਕਾਰਾਂ ਨੇ 66 ਸਾਲਾਂ ਦੇ ਵਿੱਚ ਖੜਾ ਕੀਤਾ ਏ, ਉਦੋਂ ਡਬਲ ਬਾਹਲਾ ਵੀ ਛੱਡੋ, ਤੁਸੀਂ ਡਬਲ ਹੀ ਸਹੀ ਇਹ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਬੀਜੇਪੀ ਸਰਕਾਰ 10 ਸਾਲਾਂ 'ਚ ਖੜਾ ਕਰ ਸਕਦੀ ਸੀਗੀ, ਕਿਉਂਕਿ ਮੈਜੋਰਟੀ ਐਡੀ ਆ। ਫੈਸਲੇ ਤੁਸੀਂ ਆਪ ਲੈ ਸਕਦੇ ਆ। ਜਦੋਂ ਤਾਂ ਤੁਸੀਂ ਕੁਝ ਧਿਆਨ ਭੜਕਾਉਣਾ ਹੁੰਦਾ, ਝੂਠ ਬੋਲਣਾ ਹੁੰਦਾ, ਆਪਦੇ ਲਈ ਕੋਈ ਕਾਨੂੰਨ ਬਣਾਉਣਾ ਹੁੰਦਾ, ਉਦੋਂ ਤਾਂ ਤੁਸੀਂ ਪਰਵਾਹ ਨਹੀਂ ਮਾਰਦੇ ਕਿਸੇ ਚੀਜ਼ ਦੀ। ਬਈ ਲੋਕਾਂ ਦੀ ਪਰਵਾਹ ਨਹੀਂ ਮਾਰਦੇ, ਕੌਨਸਟੀਟਿਊਸ਼ਨ ਦੀ ਪਰਵਾਹ ਨਹੀਂ ਮਾਰਦੇ, ਓਪੋਜੀਸ਼ਨ ਦੀ ਪਰਵਾਹ ਨਹੀਂ ਮਾਰਦੇਗੇ। ਮੀਡੀਆ ਤੁਸੀਂ ਆਪਦੇ ਹੱਥਾਂ 'ਚ ਸਾਰਾ ਕਰਕੇ ਰੱਖਿਆ ਹੋਇਆ ਹੈ। ਮੈਂ ਤਾਂ ਸ਼ੁਕਰੀਆ ਅਦਾ ਕਰਦਾ ਵੀ ਤੁਹਾਡੇ ਵਰਗੇ ਭਰਾ ਇੱਥੇ ਇੱਕ ਸੋਸ਼ਲ ਮੀਡੀਆ ਦੀ ਦੇਣ ਪਤਾ ਨਹੀਂ ਕਿਵੇਂ ਸਾਡੇ ਅਧਿਕਾਰਾਂ ਦੇ ਵਿੱਚ ਸ਼ਾਮਲ ਹੋ ਗਈ, ਜਿਹੜੀ ਇਸ ਵਕਤ ਸਾਡੇ ਲਈ ਬਹੁਤ ਜ਼ਰੂਰੀ ਆ, ਜਿਹਨੇ ਸਾਡੀ ਆਵਾਜ਼ ਇੰਨੀ ਕਿ ਚੱਕੀ ਹੋਈ ਆ। ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਤਰੱਕੀਆਂ ਬਖਸ਼ੇ ਤੁਹਾਡੇ ਵਰਗੇ ਵੀਰਾਂ ਨੂੰ, ਸੋਸ਼ਲ ਮੀਡੀਆ 'ਤੇ ਸਾਰੀਆਂ ਸੱਚਾਈਆਂ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਭਰਾਵਾਂ ਨੂੰ, ਸਾਡਿਆਂ ਨੂੰ। ਤੇ ਜਿਹੜੇ ਨੈਸ਼ਨਲ ਟੀਵੀ ਦੇ ਵਿੱਚ ਜਿਵੇਂ NDTV ਕਹਿ ਕੇ ਆਪਣੀ ਸਾਖ ਬਚਾ ਕੇ ਖੜਾ ਹੋਇਆ ਹੈ, ਉਸ NDTV ਦੀ ਪੂਰੀ ਟੀਮ ਦੀ, ਉਸ ਚੈਨਲ ਦੇ ਐਡੀਟਰ ਇਨ ਚੀਫ ਰਵੀਸ਼ ਕੁਮਾਰ ਜੀ ਦੀ ਮੈਂ ਸ਼ਲਾਘਾ ਕਰਦਾ, ਦਿਲੋਂ ਦੁਆ ਮੰਗਦਾ ਵੀ ਉਸ ਇਨਸਾਨ ਨੂੰ ਸਾਡੀ ਜ਼ਿੰਦਗੀ ਵੀ ਲੱਗੇ ਜਿਹੜਾ ਇਸ ਵਕਤ ਵੀ ਸਾਡੇ ਲਈ ਖੜਾ ਹੈ। ਉਹ ਬੰਦਾ ਸੱਚ ਤੇ ਇੰਨਾ ਚੱਲਦਾ, ਕਾਇਮ ਚੱਲਦਾ, ਕੱਲੀ ਚੀਜ਼ ਦਾ ਪ੍ਰੋ ਕੇ ਦੱਸਦਾ ਹੈ। ਇਹ ਨਹੀਂ ਵੀ ਉਹ ਇਸੇ ਸਰਕਾਰ ਦੀ ਗਲਤੀ ਦੱਸਦਾ, ਉਹ ਪਿਛਲੀਆਂ ਸਰਕਾਰਾਂ ਦੀ ਵੀ ਗਲਤੀ ਐਵੇਂ ਦੱਸਦਾ ਸੀਗਾ, ਉਹ ਅੱਜ ਵੀ ਪਿਛਲੀਆਂ ਸਰਕਾਰਾਂ ਦੀ ਗਲਤੀ ਉਵੇਂ ਦੱਸਦਾ ਹੈ, ਬਰਾਬਰ ਕੰਪੇਅਰ ਕਰਕੇ ਵੀ ਦੱਸਦਾ ਹੈ ਵੀ ਕੌਣ ਗਲਤ ਆ। ਪਰ ਇਹ ਸਰਕਾਰ ਦਾ ਤਾਂ ਹੁਣ ਕਹਿੰਦੇ ਹੁੰਦੇ ਸਾਰਾ ਕੁਝ ਪਾਰਦਰਸ਼ੀ ਹੋ ਰਿਹਾ ਨਾ, ਸਾਡੀਆਂ ਅੱਖਾਂ ਦੇ ਸਾਹਮਣੇ ਗਲਤ ਹੋ ਰਿਹਾ ਹੈ। ਹੁਣ ਸਾਨੂੰ ਵਿਰੋਧ ਤਾਂ ਕਰਨਾ ਪਊਗਾ, ਜਾਂ ਘਰੇ ਬੈਠ ਕੇ ਮਰੀਏ ਜਾਂ ਰੋਡ ਤੇ ਆ ਕੇ ਵਿਰੋਧ ਕਰੀਏ। ਦੋ ਹੀ ਰਸਤੇ ਆ ਸਾਡੇ ਕੋਲੇ। ਕੰਮਕਾਰ ਹੈ ਨਹੀਂ ਗੇ ਸਾਡੇ ਕੋਲੇ। ਕਿੰਨੇ ਲੋਕ ਰੋਜ਼ ਭੁੱਖੇ ਸੌਂਦੇ ਆ, ਕਿੰਨੇ ਲੋਕਾਂ ਦਾ ਇਕਨੋਮਿਕਲੀ ਹਾਲਤ ਡਾਊਨ ਹੋ ਗਿਆ। CMI ਦੀ ਥੋੜ੍ਹੇ ਦਿਨ ਪਹਿਲਾਂ ਰਿਪੋਰਟ ਆਈ ਸੀਗੀ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਨੋਮੀ ਦੀ, ਵੀ 97% ਲੋਕਾਂ ਦੀ ਇਕਨੋਮਿਕਲੀ ਹਾਲਤ ਡਾਊਨ ਹੋ ਗਈ। 97% ਲੋਕ ਉਹ ਆ ਜਿਨ੍ਹਾਂ ਦਾ ਦੂਸਰੀ ਵਾਰ ਰੁਜ਼ਗਾਰ ਨਹੀਂ ਚੱਲ ਰਿਹਾ ਹੈਗਾ। ਬਾਕੀ ਲੋਕ ਕਿੰਨੇ ਭੁੱਖੇ ਸੌਂਦੇ ਆ, ਕਿੰਨਾ ਦੇ ਕੰਮ ਧੰਦੇ ਡਾਊਨ ਹੋ ਗਏ, ਕਿੰਨੇ ਬਿਲਕੁਲ ਤਬਾਹ ਹੋ ਗਏ, ਉਹਨਾਂ ਦਾ ਕੋਈ ਹਜੇ ਅੰਕੜਾ ਨਹੀਂ। ਸਰਕਾਰ ਆ ਕਿ ਸਰਕਾਰ ਕਦੇ ਮੌਤਾਂ ਦੇ ਅੰਕੜੇ 'ਤੇ ਖੇਡਦੀ ਆ, ਕਦੇ ਹਸਪੀਟਲਾਂ 'ਤੇ ਖੇਡਦੀ ਆ, ਕਦੇ ਡਾਕਟਰਾਂ 'ਤੇ ਖੇਡਦੀ ਆ। ਉੱਪਰੋਂ ਰਾਮਦੇਵ ਜੀ ਹੋਣੀ, ਬਾਬਾ ਜੀ ਹੋਣੀ ਸਾਡੇ ਹੋਰ ਅੱਗ 'ਚ ਘਿਓ ਵਾਲਾ ਕੰਮ ਤੇਲ ਪਾਈ ਜਾਂਦੇ ਆ। ਉਹ ਬੈਠੇ ਆਪਣੇ ਆਪ ਨੂੰ ਬਿਨਾਂ ਡਿਗਰੀ ਧਾਰੀ ਤੋਂ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਇਸ ਬੰਦੇ ਨੇ। ਉਹ ਡਾਕਟਰਾਂ ਦੀ ਬੇਇੱਜ਼ਤੀ ਕਰਦਾ ਪਿਆ ਇਹ ਬੰਦਾ। ਚੱਡੀ ਪਾ ਕੇ ਉਹ ਬੰਦਾ ਇਹ ਗੱਲ ਕਹਿੰਦਾ ਪਿਆ ਇਹ TV ਤੇ ਪਿਆ ਵੀ ਡਾਕਟਰ। ਇਹ ਕਿਹੜੀ ਭਾਸ਼ਾ ਹੁੰਦੀ ਆ ਬਈ? ਤੁਸੀਂ ਕਿਹੜਾ ਦੇਸ਼ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ? ਉਹ ਡਾਕਟਰ ਜਿਹੜੇ 1000 ਡਾਕਟਰ ਮਰ ਗਏ ਸੈਕੰਡ ਲੇਅਰ ਦੇ ਵਿੱਚ, 1000 ਡਾਕਟਰ ਮੂੰਹ ਨਾਲ ਕਹਿ ਲੈਣਾ ਹੈ। ਇੱਕ ਪੁਲਿਸ ਅਫਸਰ ਕਿੰਨੀ ਮਿਹਨਤ ਤੋਂ ਬਾਅਦ ਪੈਦਾ ਹੁੰਦਾ, ਟੈਕਸ ਪੇਅਰ ਦਾ ਕਿੰਨਾ ਪੈਸਾ ਲਾ ਕੇ ਪੈਦਾ ਹੁੰਦਾ। ਇੱਕ ਡਾਕਟਰ ਕਿੰਨਾ ਟੈਕਸ ਪੇਅਰ ਦਾ ਪੈਸਾ ਖਰਚ ਕਰਨ ਤੋਂ ਬਾਅਦ 'ਚ ਏਮਸ ਤੱਕ ਪਹੁੰਚਦਾ ਹੈ। ਇੱਕ ਵਕੀਲ, ਇੱਕ ਜੱਜ, ਇੱਕ ਸੌਫਟਵੇਅਰ ਇੰਜੀਨੀਅਰ, ਕੌਣ ਕਿੱਥੋਂ ਤੱਕ ਕਿਵੇਂ ਤਿਆਰ ਹੁੰਦਾ ਹੈ? ਇਹਨਾਂ ਲੋਕਾਂ ਨੂੰ ਬੁੱਧੀ ਹੈਗੀ ਆ? ਉਹ ਬੰਦਾ ਕਹਿੰਦਾ ਕਿ ਮੇਰੇ ਵਰਗੇ ਡਾਕਟਰ ਬਣੋ, ਡਾਕਟਰ ਬਣਨਾ ਹੈ। ਜਿਹਦੇ ਕੋਲੇ ਕੋਈ ਡਿਗਰੀ ਵੀ ਹੈ ਨਹੀਂ, ਆਪਣੇ ਮੂੰਹੋਂ ਮੰਨਦਾ। ਪ੍ਰਧਾਨ ਮੰਤਰੀ ਜੀ ਤੀਜੇ ਦਿਨ ਲੋਕਾਂ ਤੇ FIR ਕਰਵਾ ਦਿੰਦੇ ਆ ਚੱਕ ਕੇ। ਇਹਨਾਂ ਤੇ FIR ਹੋਊਗੀ? ਰਾਮਦੇਵ ਤੇ ਸਭ ਤੋਂ ਪਹਿਲਾਂ FIR ਹੋਣੀ ਚਾਹੀਦੀ ਆ। ਡਾਕਟਰਾਂ ਦਾ ਤੁਸੀਂ ਸਨਮਾਨ ਕਰਦੇ ਆ, ਇੱਕ ਪਾਸੇ ਤੁਸੀਂ ਉਹਨੂੰ ਕਰੋਨਾ ਵਾਰੀਅਰ ਦੱਸਦੇ ਆ, ਉਹਨਾਂ ਦੇ ਹਵਾਈ ਜਹਾਜ਼ਾਂ ਰਾਹੀਂ ਤੁਸੀਂ ਉਹਨਾਂ ਦੇ ਪੁਸ਼ਪ ਵਰਸ਼ਾ ਕਰਦੇ ਹੋ। ਉੱਪਰੋਂ ਤੁਹਾਡੇ ਲੋਕ ਕੀ ਸਿਰਫ ਇਸ ਕਰਕੇ ਵੀ ਉਹ ਸਰਕਾਰ ਨੂੰ ਚੰਦਾ ਦਿੰਦੇ ਆ, ਉਹਨਾਂ ਦੀਆਂ ਕੰਪਨੀਆਂ ਦੇ ਵਿੱਚੋਂ ਹਿੱਸਾ ਜਾਂਦਾ ਸਰਕਾਰ ਨੂੰ, ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋਗੇ। 25 FIR ਮਹੀਨਾ ਪਹਿਲਾਂ ਇਸ ਗੱਲ ਤੇ ਹੋ ਗਈਆਂ ਵੀ ਕਿਸੇ ਨੇ ਲਿਖ ਕੇ ਪਾਤਾ ਦਿੱਲੀ ਦੇ ਵਿੱਚ ਵੀ ਮੋਦੀ ਜੀ ਆਪਨੇ ਹਮਾਰੇ ਬੱਚੋਂ की वैक्सीन विदेशों में क्यों बेची ਜਾਂ ਕਿਉਂ ਵੇਚੀ। 12 ਘੰਟੇ ਨਹੀਂ ਲੱਗੇ ਭਾਜੀ, 12 ਘੰਟਿਆਂ ਦੇ ਵਿੱਚ 25 FIR ਹੋਈਆਂ 25 ਲੋਕਾਂ ਤੇ। ਕਿੰਨਾਂ ਤੇ ਹੋਈਆਂ? ਪੋਸਟਰ ਲਾਉਣ ਵਾਲਿਆਂ ਤੇ, ਪੋਸਟਰ ਪ੍ਰਿੰਟਿੰਗ ਪ੍ਰੈਸ ਤੋਂ ਚੱਕ ਕੇ ਲਿਆਉਣ ਵਾਲਿਆਂ ਤੇ, ਕੋਈ ਹੋਰ 200-400 ਰੁਪਈਆ ਦਿਹਾੜੀ ਲੈਣ ਵਾਲੇ। ਉਹਨਾਂ ਲੋਕਾਂ ਦਾ ਕੀ ਕਸੂਰ ਸੀਗਾ ਬਈ? ਨਾਲੇ ਜੇ ਉਹ ਸਵਾਲ ਵੀ ਕੀਤਾ ਤਾਂ ਸਵਾਲ ਤਾਂ ਜਾਇਜ਼ ਸੀਗਾ। ਸਰਕਾਰ ਦੇ ਅੰਕੜੇ ਖੁਦ ਸਰਕਾਰ ਦੀ ਵੈਬਸਾਈਟ ਤੇ ਬੋਲਦੇ ਆ ਵੀ ਅਸੀਂ 6 ਕਰੋੜ ਡੋਜ਼ ਦਿੱਤੀਆਂ, ਅਸੀਂ ਬਾਹਰ ਭੇਜੀਆਂ ਸੈਕੰਡ ਲੇਅਰ ਤੋਂ ਪਹਿਲਾਂ। ਸਾਡੇ ਲੋਕ ਇੱਥੇ ਤੁਸੀਂ ਬਿਨਾਂ ਵੈਕਸੀਨ ਤੋਂ ਮਾਰਤੇ। ਸ਼ਰਮ ਨਾਂ ਦੀ ਕੋਈ ਚੀਜ਼ ਜਿਵੇਂ ਹੁੰਦੀ ਨਹੀਂ ਸਰਕਾਰ ਦੇ ਵਿੱਚ। ਸਮਝ ਤੋਂ ਪਰੇ ਆ ਵੀਰ ਜੀ, ਸਮਝ ਤੋਂ ਪਰੇ ਆ। ਰੋਣਾ ਆਉਂਦਾ। ਮੈਂ ਇੱਥੋਂ ਤੱਕ ਪਹੁੰਚਿਆ ਸਿਰਫ ਇਸ ਕਰਕੇ ਵੀ ਮੇਰਾ TV ਤੇ ਖਬਰਾਂ ਦੇਖਦੇ ਤਾਂ ਦਿਲ ਰੋਂਦਾ ਸੀਗਾ ਵੀ ਦੇਸ਼ ਦੇ ਲੋਕ ਕਿਵੇਂ ਮਰ ਰਹੇ ਆ।
ਸਰਕਾਰ ਇੰਨੀ ਬੁੱਤ ਬਣ ਕੇ ਕਿਵੇਂ ਦੇਖ ਸਕਦੀ ਆ? ਹੈਰਾਨੀ ਤੋਂ ਬਾਹਰ ਹੈ ਇਸ ਚੀਜ਼ ਦਾ। ਹੁਣ ਪੰਜਾਬ ਦੇ ਹਾਲਾਤ ਸਾਡੇ ਆਪ ਦੇ ਇੱਥੋਂ ਦੇ ਇੰਨੇ ਸਾਡੇ ਲੋਕਲ ਦੇਖਣ ਦੇ ਵਾਲੇ ਇੰਨੇ ਮਾੜੇ ਹੋਏ ਪਏ ਆ ਵੀ ਤੁਸੀਂ ਯਕੀਨ ਮੰਨਿਓ ਵੀ ਕਈਆਂ ਲੋਕਾਂ ਨੂੰ ਤਾਂ ਮੈਂ ਖੁਦ ਆਪਦੇ ਫਰੈਂਡਸ਼ਿਪ ਸਰਕਲ ਦੇ ਵਿੱਚੋਂ ਅਨਾਜ ਇਕੱਠਾ ਕਰ ਕਰਕੇ ਰਾਸ਼ਨ ਪਾਣੀ ਇਕੱਠਾ ਕਰ ਕਰਕੇ ਮੈਂ ਖੁਦ ਲੋਕਾਂ ਨੂੰ ਕਈਆਂ ਨੂੰ ਘਰੇ ਜਾ ਕੇ ਦੇ ਕੇ ਆਇਆ। ਕੁਝ ਮੇਰੇ ਆਪਦੇ ਸਰਕਲ ਦੇ ਵਿੱਚ ਕਿਸੇ ਨੇ ਮਦਦ ਲਈ ਅਪੀਲ ਕੀਤੀ ਤਾਂ ਉਹਨਾਂ ਨੂੰ ਕਿਆ ਹੱਲ ਕੀਤਾ ਏ। ਜਿੰਨਾ ਆਪਦੇ ਲਈ ਕਰ ਸਕਦੇ ਆ ਉਹ ਸਾਰਾ ਕਰ ਰਹੇ ਆ, ਪਰ ਹਾਲਾਤ ਕਹਿੰਦੇ ਹੁੰਦੇ ਆ ਗੱਲ ਉਹ ਕਰੋ ਜਿਹੜੀ ਤੁਸੀਂ ਆਪਦੀ ਅੱਖੀਂ ਦੇਖ ਰਹੇ ਹੋਵੋ ਤਾਂ ਉਹਦਾ ਵਜਨ ਜ਼ਿਆਦਾ ਹੁੰਦਾ ਹੈ। ਮੈਂ ਕਚਹਿਰੀਆਂ 'ਚ ਕੰਮ ਕਰਦਾ ਜੀ। ਮੈਂ ਅੱਜ ਤੱਕ ਇਤਿਹਾਸ ਦੇ ਵਿੱਚ ਜਿੰਨਾ ਕੁ ਸੁਣਿਆ ਪੜ੍ਹਿਆ ਆਪਦੀ ਸੋਚ ਅਨੁਸਾਰ ਉਹ ਏਜ ਦੇ ਅਕੋਰਡਿੰਗ ਕਦੇ ਇੰਨੀਆਂ ਬਿਮਾਰੀਆਂ ਆ ਗਈਆਂ, ਇੰਨੀਆਂ ਮਹਾਮਾਰੀਆਂ ਆ ਗਈਆਂ, ਐਡੇ ਸਾਡੇ ਮਾੜੇ ਹਾਲਾਤ ਆ ਗਏ, ਕਦੇ ਕਚਹਿਰੀਆਂ ਡਾਊਨ ਨਹੀਂ ਸੀ ਹੋਈਆਂ। ਇੰਨੀਆਂ ਮਾੜੀਆਂ ਸਥਿਤੀਆਂ 'ਚ ਇਹ ਦੇਸ਼ ਲੰਘ ਕੇ ਗਿਆ ਤੇ ਹਰ ਵਾਰ ਕਾਮਯਾਬ ਹੋਇਆ। ਦੇਸ਼ ਕਦੇ ਡਾਊਨ ਨਹੀਂ ਹੁੰਦਾ ਗਾ। ਦੇਸ਼ ਦੇ ਲੋਕਾਂ ਨੇ ਹਰ ਵਾਰ ਜੰਗ ਜਿੱਤੀ ਹੈ। ਜਦੋਂ ਮੁਸੀਬਤ ਆਈ ਪਹਿਲੀ ਵਾਰ ਹੋਇਆ ਕਿ ਕਚਹਿਰੀਆਂ ਦੇਸ਼ ਦੀਆਂ ਡਾਊਨ ਹੋ ਗਈਆਂ। ਕੰਮ ਹੈ ਨਹੀਂ ਗਾ, ਵਕੀਲਾਂ ਕੋਲੇ ਵੀ ਵਿਚਾਰਿਆਂ ਕੋਲੇ ਕੰਮ ਹੈ ਨਹੀਂ ਗਾ, ਉਹ ਵੀ ਸਾਇਲੈਂਟ ਆ। ਮਤਲਬ ਹਾਲਾਤ ਸਰਕਾਰ ਨੇ ਹਾਲਾਤ ਲਿਆ ਕੇ ਇੱਥੇ ਖੜੇ ਕਰਤੇ ਵੀ ਹਰ ਬੰਦਾ ਚਾਹ ਕੇ ਵੀ ਤੁਸੀਂ ਬਾਹਰ ਨਹੀਂ ਨਿਕਲ ਸਕਦੇਗੇ। ਤੁਸੀਂ ਦੂਜੇ ਲਈ ਕਦੋਂ ਸੋਚੋਗੇ? ਸਮਾਜ ਲਈ ਕੁਛ, ਦੇਸ਼ ਲਈ ਆਪਦੇ ਅਸਲ ਮੁੱਦਿਆਂ 'ਤੇ ਧਿਆਨ ਕਦੋਂ ਦਿਓਗੇ? ਜਦੋਂ ਸਾਡਾ ਢਿੱਡ ਭਰਿਆ ਹੋਊਗਾ, ਸਾਡੀ ਜੇਬ ਭਰੀ ਹੋਊਗੀ, ਅਸੀਂ ਫ੍ਰੀ ਹੋਵਾਂਗੇ, ਥੋੜ੍ਹਾ ਜਿਹਾ ਟਾਈਮ ਕੱਢ ਕੇ ਉਹ ਚੀਜ਼ 'ਤੇ ਵਿਚਾਰ ਵਟਾਂਦਰਾ ਕਰ ਲਾਂਗੇ। ਜਦੋਂ ਸਾਡੇ ਲਈ ਮੂਹਰੇ ਹਾਲਾਤ ਹੀ ਸਰਕਾਰ ਨੇ ਇੱਥੋਂ ਲਿਆ ਕੇ ਖੜੇ ਕਰਤੇ ਵੀ ਅਸੀਂ ਆਪਣੇ ਆਪ ਨੂੰ ਬਚਾਈਏ ਜਾਂ ਅਸੀਂ ਬਾਕੀ ਮੁੱਦਿਆਂ ਦਾ ਸੋਚੀਏ, ਤਾਂ ਉੱਥੇ ਆ ਕੇ ਸਾਰਾ ਕੁਝ ਮਿੱਟੀ ਹੋ ਜਾਂਦਾ ਜੀ। ਹੁਣ ਇਕਨੋਮਿਕਲੀ ਹਾਲਾਤ ਸਾਡੇ ਡਾਊਨ ਹੋ ਗਏ, ਰੋਜ਼ਗਾਰ ਪੱਖੋਂ ਸਾਡੇ ਹਾਲਾਤ ਡਾਊਨ ਹੋ ਗਏ। ਇਕਨੋਮੀ ਸਾਡੀ -7.3% ਤੇ ਇਸ ਵਕਤ ਖੜੀ ਆ ਮੌਜੂਦਾ ਸਮੇਂ ਦੇ ਵਿੱਚ। ਬੇਰੁਜ਼ਗਾਰੀ ਬੇਰੁਜ਼ਗਾਰੀ 23% ਤੇ ਪਹੁੰਚ ਗਈ ਆ। ਐਦੂ ਜ਼ਿਆਦਾ ਹਾਲਾਤ ਕੀ ਹੋਣਗੇ 45 ਸਾਲਾਂ ਦੇ ਵਿੱਚ? ਹੁਣ ਤਾਂ ਮੈਨੂੰ ਲੱਗਦਾ ਪਹਿਲਾਂ ਮਹੀਨਾ 2 ਮਹੀਨੇ ਪਹਿਲਾਂ 45 ਸਾਲ ਕਹਿੰਦੇ ਸੀਗੇ ਵੀ ਹੁਣ ਤਾਂ ਮੈਨੂੰ ਲੱਗਦਾ ਵੀ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਇਹ ਬੇਰੁਜ਼ਗਾਰੀ ਦੀ ਤਰਾਸਦੀ ਚੱਲ ਰਹੇ ਹਾਂ ਅਸੀਂ, ਵੀ ਇੰਨੇ ਮਾੜੇ ਹਾਲਾਤ ਹੋ ਗਏ ਆ। ਹੁਣ ਇਹਨਾਂ ਦੇ ਵਿੱਚ ਜੇ ਬਾਹਰ ਆ ਕੇ ਵਿਰੋਧ ਨਹੀਂ ਕਰਾਂਗੇ, ਐਕਚੁਅਲੀ ਇਹ ਵਿਰੋਧ ਨਹੀਂ ਕਿਸੇ ਦਾ, ਇਹ ਸਾਡਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਵਿਰੋਧ ਆ। ਤੁਸੀਂ ਸਰਕਾਰ ਚਾਹਵੇ ਐਡੀ ਮੈਜੋਰਟੀ ਨਾਲ, ਐਡੀ ਪਾਵਰ ਨਾਲ, ਹੁਣ ਉਹ ਤਾਂ ਸੈਂਟਰ 'ਚ ਬੈਠੇ ਆ। ਸਟੇਟਾਂ ਦਾ ਮੁੱਦਾ ਤੁਸੀਂ ਲਾ ਲਓ, ਸਟੇਟਾਂ ਦੇ ਵਿੱਚ ਵੀ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਉੱਥੇ ਦਾ ਹਾਲਤ ਤੁਸੀਂ ਭੁੱਲ ਜਾਓ, ਉੱਥੇ ਦਾ ਵੈਸੇ ਬਹੁਤ ਮਾੜੀ ਹਾਲਤ ਆ। ਦੂਜੀਆਂ ਸਰਕਾਰਾਂ ਦੀ ਹਾਲਤ ਵੀ ਤਕਰੀਬਨ ਉਹੀ ਆ। ਦੂਜੀਆਂ ਸਰਕਾਰਾਂ ਉਹਨਾਂ ਨਾਲੋਂ ਵਧੀਆ ਮਿਸਾਲ ਪੇਸ਼ ਕਰਕੇ ਕਰ ਸਕਦੀਆਂ ਬਹੁਤ ਕੁਛ, ਪਰ ਪੋਲੀਟੀਕਲ ਸਿਸਟਮ ਹੀ ਉਹੇ ਜਾਏ। ਉਹ ਵੀ ਸਰਕਾਰਾਂ ਦੂਜੇ ਦੀ ਸੈਂਟਰ ਦੀ ਪਿੱਚ ਤੇ ਖੇਡਦੀਆਂ ਪਈਆਂ, ਤਾਂ ਫਿਰ ਫਰਕ ਕੀ ਰਹਿ ਗਿਆ? ਹੁਣ ਵੋਟਾਂ ਆ ਗਈਆਂ, ਯੂਪੀ ਤੇ ਪੰਜਾਬ ਦੀਆਂ ਵੋਟਾਂ ਆ ਗਈਆਂ। ਯੂਪੀ ਤੇ ਪੰਜਾਬ ਦੀਆਂ ਵੋਟਾਂ ਦੇ ਵਿੱਚ ਤੁਸੀਂ ਟੀਵੀ ਚੱਕ ਕੇ ਦੇਖੋ, ਸੋਸ਼ਲ ਮੀਡੀਆ ਚੱਕ ਕੇ ਦੇਖੋ, ਹਾਲਾਤ ਹੀ ਇਹੋ ਜਿਹੇ ਧਾਰਮਿਕ ਤੌਰ ਤੇ ਇਹੋ ਜਿਹੇ ਬਣਾਏ ਜਾ ਰਹੇ ਆ, ਜਾਤੀ ਤੌਰ ਤੇ ਇਹੋ ਜਿਹੇ ਬਣਾਏ ਜਾ ਰਹੇ ਆ। ਕੀ ਕਰੋਗੇ ਤੁਸੀਂ? ਸਾਰਾ ਕੁਛ ਉੱਥੇ ਕਲੈਪਸ ਕਰਨਾ, ਸਾਰੇ ਮੁੱਦੇ ਮਿੱਟੀ ਹੋ ਜਾਣੇ ਆ ਜੀ। ਲੋਕਾਂ ਨੇ ਫੇਰ ਐਂਡ ਤੇ ਉਹੀ ਵੋਟਾਂ ਪਾਉਣ ਵਾਲੇ ਪਾਰਟੀ ਵਰਕਰ ਬਣ ਜਾਣਾ, ਕਿਸੇ ਨੇ ਕਿਸੇ ਦਾ, ਕਿਸੇ ਨੇ ਕਿਸੇ ਦਾ। ਮੇਰੀ ਅਪੀਲ ਲੋਕਾਂ ਅੱਗੇ ਸਿਰਫ ਸਭ ਤੋਂ ਵੱਡੀ ਇੰਨੀ ਆ, ਭੈਣੋ ਤੇ ਭਰਾਵੋ, ਦੋਸਤੋ, ਮਿੱਤਰੋ, ਮੇਰੇ ਦੇਸ਼ ਵਾਸੀਓ, ਜਿਸ ਦਿਨ ਵੋਟ ਪਾਉਣ ਜਾਂਦੇ ਆ ਨਾਗਰਿਕ ਬਣ ਕੇ ਵੋਟ ਪਾਇਆ ਕਰੋ। ਸਾਡਾ ਕੰਮ ਸਾਰੇ ਦਿਨ ਸਾਰਾ ਸਾਲ ਅਸੀਂ ਨਾਗਰਿਕ ਬਣ ਕੇ ਰਹਿਣਾ ਹੁੰਦਾ, 5 ਸਾਲ ਨਾਗਰਿਕ ਬਣ ਕੇ ਰਹਿਣਾ ਹੁੰਦਾ ਹੈ। ਸਾਡੇ ਦੇਸ਼ ਦੇ ਕੌਂਸਟੀਟਿਊਸ਼ਨ ਨੇ ਸਾਨੂੰ ਸਵਾਲ ਕਰਨ ਦਾ ਤੇ ਵਿਰੋਧ ਕਰਨ ਦਾ ਅਧਿਕਾਰ ਲਿਖ ਕੇ ਦਿੱਤਾ ਹੋਇਆ ਕੌਂਸਟੀਟਿਊਸ਼ਨ ਦੇ ਵਿੱਚ। ਸਰਕਾਰ ਇਸੇ ਕਰਕੇ ਅਨਕੌਂਸਟੀਟਿਊਸ਼ਨਲ ਕੰਮ ਕਰ ਰਹੀ ਆ ਤਾਂ ਕਿ ਇਹਨਾਂ ਮੌਲਿਕ ਅਧਿਕਾਰਾਂ ਨੂੰ ਖਤਮ ਕੀਤਾ ਜਾ ਸਕੇ। ਹੁਣ ਜਿਹਨੂੰ ਸੋਚ ਮਾੜੀ ਮੋਟੀ ਆ ਜਾਂਦੀ ਆ, ਰੱਬ ਕਿਰਪਾ ਕਰ ਦਿੰਦਾ, ਉਹ ਬਾਹਰ ਆ ਕੇ ਬੋਲ ਦਿੰਦਾ ਏ। ਨਹੀਂ ਅਦਰਵਾਈਜ਼ ਮੇਰੇ ਨਾਲੋਂ ਪਹਿਲਾਂ ਬੋਲਣ ਵਾਲਾ ਕੰਮ ਤਾਂ ਇਹ ਕੌਂਸਟੀਟਿਊਸ਼ਨ ਨੂੰ ਜਿਹੜੇ ਰੀਪ੍ਰੈਜ਼ੈਂਟ ਕਰਦੇ ਆ ਉਹਨਾਂ ਲੋਕਾਂ ਦਾ ਏ। ਮੈਂ ਤਾਂ ਕੁਛ ਵੀ ਨਹੀਂ ਗਾ, ਮੈਂ ਤਾਂ ਜ਼ਿਆਦਾ ਤੋਂ ਜ਼ਿਆਦਾ 12 ਪਾਸ BA ਪਾਸ ਮੁੰਡਾ ਹੋਊਗਾ। ਜਿਨ੍ਹਾਂ ਲੋਕਾਂ ਨੂੰ ਅਸਲੀ ਜਿਹੜੇ ਲੋਕ ਉਹਨਾਂ ਕੌਂਸਟੀਟਿਊਸ਼ਨਲ ਅਦਾਰਿਆਂ 'ਚ ਕੰਮ ਕਰਦੇ ਆ ਉਹਨਾਂ ਨੂੰ ਬੋਲਣਾ ਚਾਹੀਦਾ। ਕੌਂਸਟੀਟਿਊਸ਼ਨਲ ਅਦਾਰੇ ਜਿੰਨੇ ਸੀਗੇ PSU ਸਾਰੇ ਖਤਮ ਕਰਤੇ ਸਰਕਾਰ ਨੇ, ਸਾਰੇ ਵੇਚੀ ਜਾ ਰਹੀ ਹੈ ਸਰਕਾਰ। ਤਾਂ ਫਿਰ ਦੇਸ਼ ਦੀ ਸੰਪਤੀ ਕਿੱਧਰ ਗਈ? ਦੇਸ਼ ਉੱਪਰ ਨੂੰ ਕਿਵੇਂ ਜਾਊਗਾ? ਤਰੱਕੀ ਕਿਵੇਂ ਕਰੂਗਾ? ਦੇਸ਼ ਦੀ ਸੰਪਤੀ ਵੱਧਦੀ ਹੁੰਦੀ ਆ, ਘਰ ਦੇ ਵਿੱਚ ਵੀ ਸੇਮ ਚੀਜ਼ ਆ। ਆਪਦੀ ਕਮਾਈ ਵਧਾਵਾਂਗੇ, ਆਪਦੀ ਸੰਪਤੀ ਵਧਾਵਾਂਗੇ ਤਾਂ ਤਰੱਕੀ ਕਰਾਂਗੇ। ਉਹੀ ਚੀਜ਼ ਦੇਸ਼ ਤੇ ਲਾਗੂ ਹੁੰਦੀ ਆ। ਸਰਕਾਰ ਆਪਦੀ ਸੰਪਤੀ ਵਧਾਊਗੀ, ਇਹ ਸਰਕਾਰ 2 ਲੋਕਾਂ ਨੂੰ ਦੇ ਰਹੀ ਆ ਸਾਰਾ ਕੁਝ, ਉਹਨਾਂ ਨੂੰ ਵੇਚੀ ਚੱਲੋ, ਉਹਨਾਂ ਨੂੰ ਵੇਚੀ ਚੱਲੋ। ਕੀ ਵੀ 2 ਲੋਕਾਂ ਦਾ ਦੇਸ਼ ਹੈ ਸਾਰਾ? 138 ਕਰੋੜ ਦੀ ਆਬਾਦੀ ਆ ਸਾਡੀ। ਸਰਕਾਰ ਨੂੰ ਇਹ ਚੀਜ਼ ਬਾਰੇ ਸੋਚਣਾ ਪਊਗਾ। ਹਾਂਜੀ, ਉਹਦੇ ਬਾਰੇ ਮੈਂ ਸਿਰਫ ਇੰਨਾ ਪੁੱਛਣਾ ਵੀ ਲੱਗਦਾ ਉਹਦੇ 'ਚ ਏਕਾ ਰਹਿ ਗਿਆ ਆਪਣਾ। ਭਾਜੀ ਏਕਾ ਦਾ ਦੇਖੋ
ਕਹਿਣ ਨੂੰ ਤਾਂ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਆ। ਇਹ ਸਰਕਾਰ ਪਿਛਲੇ ਸਮੇਂ 'ਚ ਨਾ 7 ਸਾਲਾਂ ਦਾ ਤੁਸੀਂ ਆਪਾਂ ਪੈਟਰਨ ਨਹੀਂ ਦੇਖਿਆ ਹੋਊਗਾ। ਇਹਨਾਂ ਦੇ ਕੰਮ ਕਰਨ ਦਾ ਪੈਟਰਨ ਦੇਖਣਾ ਪੈਂਦਾ। ਇਹ ਕੀ ਕਰਦੇ ਆ, ਜਦੋਂ ਕਿਸੇ ਚੀਜ਼ ਤੋਂ ਹਾਰ ਜਾਂਦੇ ਆ ਜਾਂ ਕੋਈ ਹੋ ਜਾਂਦਾ ਜਾਂ ਇਹਨਾਂ ਨੂੰ ਲੱਗਦਾ ਸਾਹਮਣੇ ਕੋਈ ਵਿਰੋਧ ਕਰਦਾ, ਉਹਦਾ ਜਵਾਬ ਨਹੀਂ ਦੇ ਸਕਦੇ, ਤਾਂ ਫਿਰ ਇਹ ਤਾਰਪੀਡੋ ਕਰਦੇ ਆ ਆਪਣੇ IT ਸੈੱਲ ਦੇ ਜ਼ਰੀਏ। ਇਹਨਾਂ ਦਾ IT ਸੈੱਲ ਆ। ਕੱਲ੍ਹ ਪਰਸੋਂ ਦੀ ਅਜੇ ਖਬਰ ਆ, ਯੂਪੀ ਦੇ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆ ਜੀ ਨੇ ਉਹਨਾਂ ਦੇ ਆਪਣੇ ਸਮਰਥਕਾਂ ਦੀ ਕੋਈ ਵੀਡੀਓ ਵਾਇਰਲ ਹੋ ਗਈ 2-2 ਰੁਪਏ ਟਵੀਟ ਕਰਨ ਦੀ। ਉਹਦੀ ਵਾਈਫ ਨੂੰ ਤੇ ਉਸ ਮੁੰਡੇ ਨੂੰ ਦੋਨਾਂ ਨੂੰ ਚੱਕਿਆ ਹੋਇਆ ਹੈ। ਜਿੱਥੇ ਉਹਨਾਂ ਦੇ ਆਪਦੇ ਲੋਕ ਨਹੀਂ ਗਏ, ਉਹਨਾਂ ਨੇ ਆਪਦੇ ਨੂੰ ਵੀ ਨਹੀਂ ਬਖਸ਼ਦੇ ਗਏ। ਉਹ ਮਤਲਬ ਉਹ ਗੱਲ ਸੱਚ ਸੀਗੀ। ਉਹ 2-2 ਰੁਪਏ ਦੇ ਵਿੱਚ ਟਵੀਟ ਹੋ ਰਹੇ ਆ। IT ਸੈੱਲ ਉਹਨਾਂ ਦਾ ਐਡਾ ਕਾਮਯਾਬ ਆ ਕਿ ਗ੍ਰਹਿ ਮੰਤਰੀ ਜੀ ਨੇ ਖੁਦ ਇੱਕ ਰੈਲੀ ਦੇ ਵਿੱਚ ਮੰਨਿਆ ਹੋਇਆ ਹੈ ਵੀ ਸਾਡੇ ਕੋਲੇ 35 ਲੱਖ ਲੋਕਾਂ ਦਾ WhatsApp ਗਰੁੱਪ ਆ। ਉਹਨਾਂ ਦੀ ਖੁਦ ਪਬਲਿਕਲੀ ਗੱਲ ਕਹੀ ਹੋਈ ਆ ਪਬਲਿਕ ਦੇ ਵਿੱਚ, ਬਈ ਥੋੜ੍ਹਾ ਜਿਹਾ ਡਰਾਉਣਾ ਵੀ ਚਾਹੀਦਾ, ਥੋੜ੍ਹਾ ਜਿਹਾ ਸਮਝਾਉਣਾ ਵੀ ਚਾਹੀਦਾ, ਥੋੜ੍ਹਾ ਜਿਹਾ ਪਿਆਰ ਵੀ ਕਰਨਾ ਚਾਹੀਦਾ। ਮਤਲਬ ਤੁਸੀਂ ਹਰ ਚੀਜ਼ ਕਹਿਤੀ ਵੀ ਉਸ ਗਰੁੱਪ ਦੇ ਜ਼ਰੀਏ ਅਸੀਂ ਕੀ ਕੁਝ ਨਹੀਂ ਫੈਲਾ ਸਕਦੇਗੇ। ਉਹ ਸਾਰਾ ਕੁਝ ਫੈਲਾਇਆ ਜਾ ਰਿਹਾ ਹੈ। ਮੰਨਦੇ ਹਾਂ ਹਰ ਸਮੇਂ ਹਰ ਕੰਮ ਦੇ ਵਿੱਚ ਜਦੋਂ ਉਹ ਕਾਮਯਾਬ ਹੁੰਦਾ, ਚੰਗਾ ਤੁਰਦਾ, ਤਾਂ ਉਹਦੇ ਵਿੱਚ ਮਾੜੇ ਲੋਕ ਸ਼ਮੂਲੀਅਤ ਕਰਦੇ ਹੁੰਦੇ ਆ। ਹੁਣ ਜਿਵੇਂ ਤੁਸੀਂ ਮੈਨੂੰ ਸਵਾਲ ਹਾਂਜੀ ਨਹੀਂ ਨਾਮ ਤਾਂ ਹੁਣ ਭਾਜੀ ਕਿਵੇਂ ਕਵਾਂਗੇ। ਦੇਖੋ ਗਲਤ ਗੱਲ ਗਲਤ ਹੀ ਹੁੰਦੀ ਆ। ਬਹੁਤ ਸੋਹਣਾ ਅੰਦੋਲਨ ਚੱਲਦਾ ਪਿਆ ਸੀਗਾ, ਸਾਰੇ ਇੱਕ ਸੀਗੇ। ਜਿੱਦਣ ਕਿਸਾਨਾਂ ਦਾ ਉਹ ਹੋਇਆ ਲਾਲ ਕਿਲ੍ਹੇ ਵਾਲਾ ਕੰਮ, ਉਹਦੇ 'ਚ ਹੁਣ ਲੋਕ ਕਹਿੰਦੇ ਆ ਵੀ ਉਹ ਬੰਦਾ ਉਧਰ ਨੂੰ ਲੈ ਕੇ ਚਲਾ ਗਿਆ, ਬੰਦਿਆਂ ਨੂੰ ਉਹ ਬੰਦਾ ਉਧਰ ਨੂੰ ਲੈ ਕੇ ਚਲਾ ਗਿਆ। ਮੈਂ ਪਰਸਨਲੀ ਇਹ ਗੱਲ ਮੰਨਦਾ ਹਾਂ, ਦੂਜਿਆਂ ਦਾ ਨਹੀਂ ਮੈਨੂੰ ਪਤਾ ਗਾ। 138 ਕਰੋੜ ਦੀ ਆਬਾਦੀ ਆ, ਹਰ ਬੰਦਾ ਅਲੱਗ-ਅਲੱਗ ਸੋਚ, ਅਲੱਗ-ਅਲੱਗ ਮੱਤ ਵਾਲਾ ਹੈ, ਸੇਮ ਮੱਤ ਨਹੀਂ ਮਿਲਦੀ ਗੀ। ਮੈਂ ਇਹ ਗੱਲ ਸੋਚਦਾ, ਜਦੋਂ ਸਾਡਾ ਰੂਟ ਜਥੇਬੰਦੀਆਂ ਨੇ ਤੈਅ ਕੀਤਾ ਸੀਗਾ, ਮੰਨ ਲਓ ਅਸੀਂ ਐਸੇ ਰੂਟ ਤੇ ਜਾਵਾਂਗੇ, ਸਰਕਾਰ ਨੇ ਦੂਜਾ ਰਾਹ ਖੋਲ੍ਹਿਆ। ਦਿੱਲੀ ਪੁਲਿਸ ਕਿਹਦੇ ਅੰਡਰ ਆ? ਸੈਂਟਰ ਗਵਰਨਮੈਂਟ ਦੇ ਅੰਦਰ। ਉਹਨਾਂ ਨੇ ਰਾਹ ਗਲਤ ਖੋਲ੍ਹਿਆ, ਜਿਹੜੇ ਬੰਦੇ ਮੂਹਰੇ ਸੀਗੇ ਉਹ ਲੈ ਕੇ ਨਿਕਲ ਗਏ, ਤੁਹਾਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਸੀਗੀ। ਹੁਣ ਲੋਕ ਵਿੱਚ ਇਹ ਤਰਕ ਦਿੰਦੇ ਆ ਵੀ ਉੱਥੇ ਝੰਡਾ ਉਹ ਚਲਾਤਾ, ਕੋਈ ਗੱਲ ਨਹੀਂ, ਚਲੋ ਝੰਡਾ ਚਲਾਤਾ, ਕੋਈ ਮਾੜੀ ਗੱਲ ਨਹੀਂ ਕੀਤੀ ਗਈ। ਝੰਡਾ ਤਾਂ ਬਹੁਤ ਵੱਡਾ ਸੀਗਾ, ਸਰਵਉੱਚ ਝੰਡਾ ਉਹ। ਪਰ ਰੌਲਾ ਇਹ ਵੀ ਆਪਾਂ ਉਸ ਚੀਜ਼ ਨੂੰ ਆਪਾਂ ਇਹ ਨਹੀਂ ਸੋਚਿਆਗਾ ਵੀ ਅਸੀਂ ਗਲਤ ਟਰੈਕ ਤੇ ਜਾਵਾਂਗੇ, ਸਰਕਾਰ ਦੇ ਟਰੈਕ 'ਚ ਫਸਾਂਗੇ ਤਾਂ ਸਾਡੇ ਅੰਦੋਲਨ ਦੀ ਕਿੱਡੀ ਬਦਨਾਮੀ ਹੁੰਦੀ ਆ। ਉਹਦੇ ਨਾਲ ਸਰਕਾਰ ਦਾ ਕੁਝ ਨਹੀਂ ਕਿਹਾ, ਸਰਕਾਰ ਨੂੰ ਫਾਇਦਾ ਹੀ ਹੋਇਆ। ਜਿਹੜੇ ਲੋਕ ਮੂਹਰੇ ਗਏ ਉਹ ਵੀ ਅੱਜ ਪ੍ਰਫੁੱਲਤ ਹੋ ਗਏ, ਬਾਹਰ ਵੀ ਆ ਗਏ, ਸਾਰਾ ਕੁਝ ਹੋ ਗਿਆ, ਤੇ ਕਿਸਾਨੀ ਅੰਦੋਲਨ ਦੇ ਨਾਂ ਤੇ ਧੱਬਾ ਲੱਗ ਗਿਆ ਵੀ ਲੋਕ ਪਤਾ ਨਹੀਂ ਕੀ ਕਰੀ ਜਾਂਦੇ। ਇਹਨਾਂ ਵਿੱਚ ਆਪਸ ਵਿੱਚ ਏਕਾ ਹੈ ਨਹੀਂਗਾ, ਏਕੇ ਵਾਲੇ ਲੋਕ ਪੈ ਗਏ ਆ। ਨਾਲੇ ਦੂਸਰੀ ਗੱਲ, ਜਿਸ ਦਿਨ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਗਏ ਸੀਗੇ, ਉਸ ਦਿਨ ਕੋਈ ਪੋਲੀਟੀਕਲ ਕੋਈ ਕਿਸਾਨੀ ਪਾਰਟੀ ਮੂਹਰੇ ਨਹੀਂ ਸੀਗੀ। ਨੌਜਵਾਨ ਪੰਜਾਬ ਤੋਂ ਮੁੰਡਿਆਂ ਦੀ ਭੀੜ ਗਈ ਸੀਗੀ। ਉਹਨਾਂ ਦਾ ਜੋਸ਼ ਸੀਗਾ ਆਪਦੇ ਦੇਸ਼ ਦੇ ਲਈ, ਆਪਦੇ ਹੱਕਾਂ ਲਈ। ਉਹਨਾਂ ਨੇ ਟਰਾਲੀਆਂ ਇਕੱਠੀਆਂ ਕਰਕੇ ਜਿਹੜੇ ਮੁੰਡੇ ਨੇ ਛਾਲ ਮਾਰ ਕੇ ਕੈਨਲ ਦੀਆਂ ਭਜਾਈਆਂ ਸੀਗੀਆਂ, ਨਵਦੀਪ, ਉਹਦੇ ਉਹ ਭਰਾਵਾਂ ਦਾ ਜੋਸ਼ ਸੀਗਾ ਸਾਰਿਆਂ ਦਾ। ਉਹ ਗਏ, ਉਹਨਾਂ ਨੇ ਵਿਛਾੜਾਂ ਝੱਲੀਆਂ, ਉੱਥੇ ਪਹੁੰਚੇ, ਉੱਥੇ ਜਾ ਕੇ ਧਰਨਾ ਲਾਇਆ। ਪਿੱਛੋਂ ਸਾਰੀਆਂ ਪਾਰਟੀਆਂ ਨੇ ਜਾ ਕੇ ਉੱਥੇ ਸਾਰਾ ਕੁਝ ਮੂਹਰੇ ਹੋ ਕੇ ਏਕਾ ਕਰ ਲਿਆ, ਹੋ ਗਿਆ ਸਾਰਾ ਕੁਝ। ਵਧੀਆ ਗੱਲ ਆ, ਤੁਸੀਂ ਉਹਨਾਂ ਨੂੰ ਪਿੱਛੇ ਸਾਰਾ ਕੁਝ ਹੁਣ ਕੰਮ ਤਾਂ ਦਿਓ। 6 ਮਹੀਨੇ ਹੋ ਗਏ, ਇਹ ਲੋਕਾਂ ਨੂੰ ਐਵੇਂ ਹੀ ਲੱਗਦਾ, ਸਰਕਾਰ ਨੂੰ ਵੀ ਇਹੀ ਲੱਗਦਾ ਵੀ ਇਹਨਾਂ ਦੀ ਕੋਈ ਮੂਵਮੈਂਟ ਹੈ ਨਹੀਂ ਗੀ, ਕੰਮ ਠੰਡਾ ਪੈ ਗਿਆ। ਕਿੰਨੇ ਕੁ ਦਿਨ 6 ਮਹੀਨੇ ਹੋਰ ਬਹਿ ਜਾਣਗੇ, 3 ਸਾਲ ਸਾਡੇ ਕੋਲੇ ਫੁੱਲ ਮੈਜੋਰਟੀ ਦੇ ਪਏ ਆ, ਆਪੇ ਥੱਕ ਥੁੱਕ ਕੇ ਰੋ ਕੇ ਇੱਕ ਦਿਨ ਮੁੜ ਜਾਣਗੇ। ਰੌਲਾ ਹੁਣ ਇਨਸਾਨ ਦੇ ਵਜੂਦ ਦਾ ਆ ਗਿਆ, ਉਹ ਕਿਸਾਨ ਦਾ ਨਹੀਂ ਇਕੱਲਾ ਰਹਿ ਗਿਆ ਗਾ। ਉਹਦੇ ਵਿੱਚ ਸਾਰੇ ਧਰਮਾਂ ਦੇ ਆ, ਹਰ ਲੋਕ ਆ, ਹਰ ਕਿੱਤੇ ਦੇ ਲੋਕ ਆ, ਵਪਾਰੀ ਵੀ ਆ, ਸਰਕਾਰੀ ਲੋਕ ਵੀ ਆ, ਉਹਦੇ 'ਚ ਕਿਸਾਨ ਵੀ ਆ, ਗਰੀਬ ਵੀ ਆ, ਮਨਰੇਗਾ ਵਾਲੇ ਵੀ ਆ, ਹਰ ਲੋਕ ਸ਼ਾਮਲ ਹੋ ਚੁੱਕੇ ਆ ਉਹਦੇ ਦੇ ਵਿੱਚ। ਤੇ ਸਰਕਾਰ ਭੜਕਾ ਰਹੀ ਆ ਵੀ ਉਹ ਸਿਰਫ ਯੂਪੀ, ਪੰਜਾਬ, ਹਰਿਆਣਾ ਜਾਂ ਉੱਤਰਾਂਚਲ ਤੱਕ ਆ, ਬਸ ਇੱਥੋਂ ਤੱਕ ਆ। ਤੇ ਵੀਰੇ ਆਪਾਂ ਸ਼ਾਰਟ 'ਚ ਦੇ ਐਂਡ 'ਤੇ ਇਹ ਗੱਲ ਕਰੀਏ ਵੀ ਕਿੱਦਾਂ ਆਪਾਂ ਦੁਬਾਰਾ ਅੰਦੋਲਨ ਕਿੱਦਾਂ ਖੜਾ ਕਰ ਸਕਦੇ ਹਾਂ? ਸੇਮ ਜਿਹੜਾ 26 ਜਨਵਰੀ ਤੋਂ ਪਹਿਲਾਂ ਜਿੰਨਾ ਮਜ਼ਬੂਤ ਸੀਗਾ ਆਪਣਾ ਅੰਦੋਲਨ, ਦੁਬਾਰਾ ਕਿੱਦਾਂ ਕਰੀਏ? ਭਾਜੀ ਦੇਖੋ, ਕਰਨਾ ਤਾਂ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਹੀ ਪੈਣਾ। ਜੇ ਆਪਾਂ ਇਹ ਕਹੀਏ ਵੀ ਇਕੱਲਾ ਆਪਾਂ ਜਿਹੜੀਆਂ ਜਥੇਬੰਦੀਆਂ ਬੈਠੀਆਂ ਉਹਨਾਂ ਦੇ ਸਿਰ ਤੇ ਛੱਡ ਦਾਂਗੇ, ਉਹ ਤਾਂ ਵੀ ਕੰਮ ਨਹੀਂ ਹੋਣਾਗਾ। ਕਿਉਂਕਿ ਜਥੇਬੰਦੀਆਂ ਦੇ ਸਿਰ ਤੇ 6 ਮਹੀਨੇ ਦਾ 7ਵਾਂ ਮਹੀਨਾ ਚੱਲ ਪਿਆ। ਇਹ 26 ਤਰੀਕ ਨੂੰ ਇਸ ਨੂੰ ਆਪਣੇ ਪੂਰੇ ਹੋ ਗਏ ਸੀਗੇ 6 ਮਹੀਨੇ, 7ਵਾਂ ਮਹੀਨਾ ਹੋ ਚੱਲਿਆ। ਜੇ ਆਪਾਂ ਕਹੀਏ ਇਕੱਲੇ ਲੋਕ ਭੱਜ ਕੇ ਹੋ ਜਾਣਗੇ, ਉਹ ਵੀ ਨਹੀਂ। ਸਾਨੂੰ ਇਹ ਗੱਲ ਸੋਚਣੀ ਪਊਗੀ, ਚਾਹੇ ਬੈਠ ਕੇ ਵਿਚਾਰ ਵਟਾਂਦਰਾ ਕਰ ਲਓ, ਚਾਹੇ ਜਿਵੇਂ ਮਰਜ਼ੀ ਕਰ ਲਓ, ਸੋਚਣਾ ਤਾਂ ਤੁਹਾਨੂੰ ਪੈਣਾ, ਇਕੱਠੇ ਤੁਹਾਨੂੰ ਹੋਣਾ ਪੈਣਾ ਹੈ। ਲੀਡਰ ਹੁਣ ਤੁਸੀਂ ਲੋਕਾਂ ਦੇ ਦੂਜਿਆਂ ਦੇ ਸਿਰ ਤੇ ਨਹੀਂ ਛੱਡ ਸਕਦੇਗੇ, ਕਿਉਂਕਿ ਸਿਸਟਮ ਪਿਛਲੇ ਇੰਨੇ 70-72 ਸਾਲਾਂ ਦਾ, ਜਿਹੜੇ ਲੋਕ ਉੱਥੇ ਵੀ ਮੂਹਰੇ ਬੈਠੇ ਆ ਕਿਸਾਨ ਜਥੇਬੰਦੀਆਂ ਦੇ ਵਿੱਚ, ਉਹਨਾਂ ਦੇ ਵਿੱਚੋਂ ਵੀ ਕੁਝ ਲੋਕ ਇਹੋ ਜਿਹੇ ਹੀ ਆ ਇੱਕ ਦਿਨ ਜਿਹੜੇ ਉਸੇ ਸਿਸਟਮ 'ਚੋਂ ਨਿਕਲ ਕੇ ਗਏ ਆ ਸਾਰੇ।
ਸਿਸਟਮ 'ਚੋਂ ਚੇਂਜ, ਸਿਸਟਮ 'ਚੋਂ ਕੋਈ ਬਾਹਰ ਨਿਕਲ ਕੇ ਨਹੀਂ ਆਇਆ। ਜਾਂ ਸਿਸਟਮ ਨੂੰ ਪੂਰੀ ਤਰ੍ਹਾਂ ਬਦਲੋਗੇ ਜਦੋਂ ਨੌਜਵਾਨ ਯੰਗਸਟਰ ਉੱਠਣਗੇ, ਉਹ ਇਕੱਲੇ ਪੰਜਾਬ ਦੇ ਨਹੀਂ, ਮੈਂ ਕਹਿੰਦਾ ਪੂਰੇ ਦੇਸ਼ 'ਚ ਉੱਠਣੇ ਚਾਹੀਦੇ ਆ। ਹੁਣ ਕਮਾਂਡ ਆਹ ਹਾਲ ਆ ਗਿਆ ਵੀ 21ਵੀਂ ਸਦੀ ਦੇ ਵਿੱਚ ਭਾਰਤ ਪਹਿਲਾ ਇਹੋ ਜਿਹਾ ਦੇਸ਼ ਆ ਜਿਹੜਾ ਰਿਵਰਸ ਜਾ ਰਿਹਾ, ਅੱਗੇ ਨੂੰ ਨਹੀਂ ਜਾ ਰਹੇ, ਅਸੀਂ ਪਿੱਛੇ ਨੂੰ ਜਾ ਰਹੇ ਹਾਂ। ਸਰਕਾਰ ਜਦੋਂ ਤਰੱਕੀ ਦੇ ਵਾਲੇ ਗਾਣ ਗਾਉਂਦੀ ਆ ਤਾਂ ਆਪਦੇ ਤ੍ਰੇਤਾ ਯੁੱਗ ਨਾਲ, ਰਾਮ ਭਗਵਾਨ ਦੇ ਯੁੱਗ ਨਾਲ, ਰਾਮ ਰਾਜ ਨਾਲ ਆਪਦਾ ਤੁਲਨਾ ਕਰਦੀ ਆ। ਰਾਮ ਰਾਜ ਇਹੋ ਜਿਹਾ ਨਹੀਂ ਸੀਗਾ, ਨਦੀਆਂ 'ਚ ਲਾਸ਼ਾਂ ਨਹੀਂ ਸੀ ਤੁਰਦੀਆਂ ਗਈਆਂ, ਹਸਪੀਟਲਾਂ 'ਚੋਂ 4 ਘੰਟੇ ਬਾਅਦ ਬੰਦਾ ਜਿਉਂਦਾ ਜਾਂਦਾ ਸੀ, 4 ਘੰਟੇ ਬਾਅਦ ਮੁਰਦਾ ਨਹੀਂ ਸੀ ਆਉਂਦਾ ਗਾ। ਉੱਥੇ ਦਵਾਈਆਂ ਦੀ ਕਾਲਾ ਬਿਆਰੀ ਨਹੀਂ ਸੀ ਹੁੰਦੀ ਗੀ। ਉੱਥੋਂ ਦਾ ਰਾਜਾ ਐਂ ਸ਼ਰੇਆਮ ਪਬਲਿਕ ਨੂੰ ਝੂਠ ਨਹੀਂ ਸੀ ਬੋਲਦਾ ਆਪਦੇ ਨੂੰ। ਉਹ ਇੱਕ ਸਿਸਟਮ ਅਲੱਗ ਸੀਗਾ। ਅਸੀਂ ਪਿੱਛੇ ਨੂੰ ਲੈ ਕੇ ਜਾ ਰਹੇ ਹਾਂ। ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਪਊਗਾ, ਸਾਨੂੰ ਸਾਰਿਆਂ ਨੂੰ ਹੱਲਾਸ਼ੇਰੀ ਇਕੱਠਿਆਂ ਨੂੰ ਦੇਣੀ ਪਊਗੀ। ਮੈਂ ਇੱਥੇ ਬੈਠ ਕੇ ਇਹ ਚੀਜ਼ ਨੋਟ ਕੀਤੀ ਆ ਵੀ ਲੋਕਾਂ ਦੇ ਵੀ ਮਨ ਦੇ ਵਿੱਚ ਇਹ ਆ ਵੀ ਜਥੇਬੰਦੀਆਂ ਬੈਠੀਆਂ, ਕੋਈ ਗੱਲ ਨਹੀਂ, ਕਿਸਾਨੀ ਅੰਦੋਲਨ ਚੱਲਦਾ ਪਿਆ, ਲੋਕ ਉੱਥੇ ਜਾ ਰਹੇ ਆ, ਗੱਡੀਆਂ ਦੇ ਝੰਡੇ ਲੱਗੇ ਹੋਏ ਆ। ਝੰਡੇ ਲਾਉਣ ਨਾਲ ਮੇਰੇ ਦੋਸਤੋ ਭਰਾਵੋ ਕੁਛ ਨਹੀਂ ਹੋਣਾਗਾ। ਝੰਡੇ ਦਾ ਮੈਂ 10 ਲਾ ਦਿੰਦਾ ਸਵੇਰ ਨੂੰ ਇੱਥੇ, ਪਰ 10 ਝੰਡਿਆਂ ਨਾਲ ਫਿਰ ਵੀ ਕੁਛ ਨਹੀਂ ਹੋਣਾ। ਇੱਥੇ ਮੈਂ ਇਕੱਲਾ ਰਹੂੰਗਾ ਤਾਂ ਮੈਂ ਇਕੱਲਾ ਹੀ ਰਹੂੰਗਾ, 10 ਬੰਦੇ ਨਹੀਂ ਹੋ ਜਾਣੇ। ਉਹ ਮੇਰੀ ਸਾਰਿਆਂ ਅੱਗੇ ਅਪੀਲ ਆ, ਹੱਲਾਸ਼ੇਰੀ ਮਾਰੋ। ਸੋਸ਼ਲ ਮੀਡੀਆ ਦਾ ਸਰਕਾਰ ਨੇ ਟੈਕਨੋਲੋਜੀ ਸਾਡੇ ਲਈ ਭਲੇ ਲਈ ਕਹਿ ਕੇ ਲੈ ਕੇ ਆਂਦੀ ਸੀਗੀ, ਕੀਤਾ ਸਾਡਾ ਮਿਸਯੂਜ਼ ਆ, ਸਾਡੀ ਬਰਬਾਦੀ ਲਈ ਯੂਜ਼ ਕੀਤਾ। ਇਹ ਸਰਕਾਰ ਵਿਨਾਸ਼ ਨੂੰ ਵਿਕਾਸ ਦੱਸ ਰਹੀ ਆ ਤੇ ਟੈਕਨੋਲੋਜੀ ਦੇ ਜ਼ਰੀਏ ਕਰ ਰਹੀ ਆ ਸਾਡਾ ਵਿਨਾਸ਼। ਸਾਡੇ ਲਈ ਉਹੀ ਇੱਕ ਹੱਲ ਬਚਿਆ ਸੋਸ਼ਲ ਮੀਡੀਆ ਦਾ, ਉਹਨੂੰ ਅਸੀਂ ਆਪ ਦੇ ਲਈ ਜੋੜਨ ਲਈ ਕਰੀਏ, ਉਹਨੂੰ ਅਸੀਂ ਉੱਪਰ ਚੱਕਣ ਲਈ, ਆਪਣੇ ਸਵਾਲਾਂ ਨੂੰ, ਆਪਣੇ ਮੌਲਿਕ ਅਧਿਕਾਰਾਂ ਨੂੰ ਉੱਪਰ ਰੱਖਣ ਲਈ ਉਹਦਾ ਗੱਲ ਕਰੀਏ ਤਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰੀਏ। ਇਹ ਲੋਕ ਵੀ ਜਦੋਂ ਕੁਝ ਗਲਤ ਕਰਦੇ ਆ ਤਾਂ ਕਾਨੂੰਨ ਦੀ ਦਿਹਾਈ ਹੋਈ ਦਿੰਦੇ ਆ। ਜਦੋਂ ਬਿੱਲ ਪਾਸ ਹੋਏ ਆ ਤਾਂ ਇਹਨਾਂ ਨੇ ਵੀ ਇਹੀ ਕਿਹਾ ਸੀ ਵੀ MSP ਡਬਲ ਹੋ ਜੂਗੀ, ਇਹ ਹੋ ਜੂਗੀ। ਕਾਂਗਰਸ ਸਰਕਾਰ ਵੀ ਤਾਂ ਕਰਨਾ ਚਾਹਤੀ ਸੀ, ਸੈਂਟਰ 'ਚ ਇਹਨਾਂ ਨੇ ਇਹੀ ਚੀਜ਼ ਹੀ ਬੋਲੀ ਸੀਗੀ ਲੋਕ ਸਭਾ ਦੇ ਵਿੱਚ। ਅਸੀਂ ਵੀ ਇਹੀ ਚੀਜ਼ ਹੀ ਕਹਿੰਦੇ ਆ ਵੀ ਅਸੀਂ ਆਪਦੇ ਕਨਸਟੀਟਿਊਸ਼ਨ ਦੇ ਅਨੁਸਾਰ ਹੀ ਆਪਦੇ ਹੱਕ ਮੰਗ ਰਹੇ ਹਾਂ। ਅਸੀਂ ਕੁਝ ਗਲਤ ਨਹੀਂ ਮੰਗ ਰਹੇਗੇ। ਸਾਨੂੰ ਘਰ ਦੇ ਵਿੱਚ ਸਹੀ ਵਾਤਾਵਰਨ ਮਿਲੇ, ਦੇਸ਼ ਦੇ ਵਿੱਚ ਸਹੀ ਵਾਤਾਵਰਨ ਮਿਲੇ। ਦੇਸ਼ ਵਾਸੀ ਚਾਹੁੰਦਾ ਕੀ ਹੁੰਦਾ? ਪਿਆਰ ਨਾਲ ਮਿਲ ਕੇ ਰਹਿਣਾ ਚਾਹੁੰਦਾ, ਆਪਸ ਆਂਢ ਗੁਆਂਢ ਦੇ ਵਿੱਚ ਸਾਰੀ ਜਗ੍ਹਾ ਤੇ ਚੰਗਾ ਕੰਮਕਾਰ ਹੋਵੇ, ਆਪਦਾ ਘਰ-ਬਾਰ ਵਧੀਆ ਚੱਲੇ, ਉਹ ਆਪਦਾ ਆਰਾਮ ਨਾਲ ਟੈਕਸ ਦੇਵੇ, ਆਪਦੀ ਵੋਟ ਦੇਵੇ, ਅਧਿਕਾਰ ਦੇਵੇ ਵੋਟ ਦਾ, ਆਪਦਾ ਵਰਤੋਂ ਕਰੇ ਤੇ ਸਰਕਾਰ ਉਹਨਾਂ ਲਈ ਸਾਰਾ ਕੁਝ ਮੁਹੱਈਆ ਕਰਵਾਵੇ। ਸਾਰਾ ਪੈਸਾ ਟੈਕਸ ਪੇਅਰ ਦਾ। ਭਾਰਤ ਦੇ ਦੁਨੀਆ ਦੇ ਵਿੱਚ ਇਸ ਵਕਤ ਅਸੀਂ ਇਕੱਲੇ ਹਿੰਦੁਸਤਾਨ ਵਾਲੇ ਹਾਂ ਜਿਹੜੇ ਸਭ ਤੋਂ ਵੱਧ ਟੈਕਸ ਦਿੰਦੇ ਆ ਤੇ ਜ਼ਬਰਦਸਤੀ ਟੈਕਸ ਸਾਡੇ ਕੋਲੋਂ ਲਿਆ ਜਾ ਰਿਹਾ। ਇਹਦੇ 'ਚ ਕੋਈ ਇਹ ਨਹੀਂਗਾ ਵੀ ਸਰਕਾਰ ਨੇ ਉਹੀ ਲਾਦਾ। ਸੁਬਾਹ ਘਰ ਤੋਂ ਨਿਕਲਣ ਤੋਂ ਲੈ ਕੇ ਰਾਤ ਨੂੰ ਘਰੇ ਵੜਨ ਤੱਕ ਜੋ ਖਾਂਦੇ ਆ, ਜੋ ਪੀਂਦੇ ਆ, ਜੋ ਸਾਹ ਲੈਂਦੇ ਆ, ਹਰ ਚੀਜ਼ ਤੇ ਟੈਕਸ ਆ ਸਾਡਾ। ਅੱਜ ਸਾਡੇ ਲਈ ਹਵਾ ਪਾਣੀ ਤੱਕ ਵੀ ਸਾਡਾ ਉਹ ਨਹੀਂ, ਫ੍ਰੀ ਨਹੀਂ ਰਿਹਾਗਾ। ਕੌਨਸਟੀਟਿਊਸ਼ਨ ਸਾਡੇ ਵਿੱਚ ਫੰਡਾਮੈਂਟਲ ਰਾਈਟਸ ਦੇ ਵਿੱਚ ਲਿਖਿਆ ਹੋਇਆ ਹੈ। ਇਸੇ ਕਰਕੇ ਬੈਨਰ ਲਾਇਆ ਵੀ ਕੌਨਸਟੀਟਿਊਸ਼ਨ ਰਾਜ ਹੋਣਾ ਚਾਹੀਦਾ ਹੈ। ਸਰਕਾਰ ਕੌਨਸਟੀਟਿਊਸ਼ਨ ਨੂੰ ਬਾਈਪਾਸ ਕਰ ਰਹੀ ਆ। ਇਹ ਮੇਰੀ ਅਪੀਲ ਆ ਸਾਰੇ ਦੇਸ਼ ਦੇ ਲੋਕਾਂ ਅੱਗੇ, ਜਿਹੜੇ ਲੋਕ ਸਮਰੱਥ ਆ ਉਹਨਾਂ ਲੋਕਾਂ ਦਾ ਵੀ ਹੱਕ ਬਣਦਾ ਹੈ। ਹਾਲਾਤ ਜਦੋਂ ਮਾੜੇ ਹੁੰਦੇ ਆ ਸਾਰੇ ਲਈ ਮਾੜੇ ਹੁੰਦੇ ਆ। ਅੱਜ ਮੈਂ ਇਕੱਲਾ ਖੜਾ ਇਸ ਕਰਕੇ ਨਹੀਂ ਵੀ ਮੇਰੇ ਹਾਲਾਤ ਮਾੜੇ ਆ, ਮੈਂ ਵੀ ਸਾਰਿਆਂ ਦੇ ਨਾਲ ਆ। ਜੇ ਕੱਟਣੀ ਆ ਤਾਂ ਮੈਂ ਵੀ ਕੱਟ ਸਕਦਾ ਆਪਦੀ ਸਾਰਿਆਂ ਦੇ ਨਾਲ, ਪਰ ਜਦੋਂ ਵਿਪਤਾ ਆਉਂਦੀ ਆ ਪੂਰੇ ਦੇਸ਼ ਤੇ ਤਾਂ ਸਾਰਿਆਂ ਨੂੰ ਆਪਦੇ ਲਪੇਟੇ 'ਚ ਲੈਂਦੀ ਆ। ਤੁਸੀਂ ਯਕੀਨ ਮੰਨੋਗੇ ਵੀਰ ਜੀ, ਉਹ ਲੋਕ ਇਸ ਵਕਤ ਪੂਰੇ ਹੋ ਗਏ ਜਿਹੜੇ ਲੋਕ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਭ ਤੋਂ ਵੱਡੇ ਸਮਰਥਕ ਸੀਗੇ, ਜਿਹੜੇ ਸੋਸ਼ਲ ਮੀਡੀਆ ਤੇ ਨੈਸ਼ਨਲ ਟੀਵੀਆਂ ਤੇ ਆ ਕੇ ਇਹ ਗੱਲ ਕਹਿੰਦੇ ਸੀਗੇ ਵੀ हमको रोजगार नहीं चाहिए, हमको स्कूल नहीं चाहिए, हमको एजुकेशन नहीं चाहिए, हमको मंदिर चाहिए। ਔਰ ਉਹੀ ਲੋਕ ਜਿਹੜੇ ਮੰਦਰ ਮੰਗਦੇ ਸੀਗੇ, ਐਜੂਕੇਸ਼ਨ, ਰੋਜ਼ਗਾਰ, ਹੈਲਥ ਨੂੰ ਛੱਡ ਕੇ, ਉਹ ਲੋਕ ਵਿਚਾਰੇ ਬਿਨਾਂ ਆਕਸੀਜਨ ਤੋਂ ਮਰ ਗਏ ਹਸਪੀਟਲ ਦੇ ਵਿੱਚ। ਉਹਨਾਂ ਦੇ ਪਰਿਵਾਰ ਗੁਹਾਈ ਲਾ ਕੇ ਥੱਕ ਗਏ, ਪ੍ਰਧਾਨ ਮੰਤਰੀ ਜੀ ਨੂੰ ਟੈਗ ਕਰਕੇ ਥੱਕ ਗਏ ਫੇਸਬੁੱਕ ਟਵਿੱਟਰਾਂ ਤੇ। ਉਹਨਾਂ ਦੀ ਖੁਦ ਦੀ ਸੁਣਵਾਈ ਨਹੀਂ ਹੋਏਗੀ, ਜਦ ਕਿ ਉਹਨਾਂ ਦੇ ਲੋਕ ਸੀਗੇ ਜਿਨ੍ਹਾਂ ਨੂੰ ਲੋਕ ਅੱਜ ਕੱਲ੍ਹ ਇੱਕ ਨਵੀਂ ਕੌਮ ਚੱਲ ਪਈ ਅੰਧ ਭਗਤਾਂ ਦੀ, ਜਿਨ੍ਹਾਂ ਨੂੰ ਅੰਧ ਭਗਤ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ। ਪਰ ਅੰਧ ਭਗਤ ਵੀ ਮੈਂ ਅਸਲੀਅਤ ਦੇ ਵਿੱਚ ਕਹਿੰਦਾ ਵੀ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਹੈਗਾ। 138 ਕਰੋੜ ਲੋਕਾਂ ਦੇ, ਭਾਰਤ ਦੇ ਲੋਕਾਂ ਦੀ, ਐਡੇ ਵੱਡੇ ਡੈਮੋਕ੍ਰੈਟਿਕ ਦੇਸ਼ ਦੇ ਲੋਕਾਂ ਦੀ, ਉਹਨਾਂ ਨੂੰ ਇੰਨਾ ਬ੍ਰੇਨ ਵਾਸ਼ ਕਰਨਾ ਮਾਨਸਿਕ ਤੌਰ ਤੇ ਬਹੁਤ ਵੱਡਾ ਕਹਿੰਦੇ ਹੁੰਦੇ ਆ ਇਹ ਛੜਯੰਤਰ ਹੈ ਕਿ ਕਿਸਮ ਦਾ, ਤਾਂ ਕਿ ਲੋਕ ਆਵਾਜ਼ ਨਾ ਚੱਕ ਸਕਣ, ਇੱਕੋ ਬੰਦੇ ਦੇ ਚਿਹਰੇ ਥੱਲੇ ਦਬ ਕੇ ਰਹਿ ਜਾਣ। ਜਿਵੇਂ ਮੈਨੂੰ ਨਰਿੰਦਰ ਮੋਦੀ ਜੀ ਕਈ ਵਾਰ ਦੇਖ ਕੇ ਲੱਗਦਾ ਹੁੰਦਾ ਵੀ ਜਿਵੇਂ ਇੱਕ ਵਾਰ ਕਾਂਗਰਸ ਨੇ ਕਰਵਾਈ ਸੀ ਨਾ ਵੀ ਇੰਦਰਾ ਇਜ਼ ਇੰਡੀਆ ਔਰ ਇੰਡੀਆ ਇਜ਼ ਇੰਦਰਾ, ਮੈਨੂੰ ਲੱਗਦਾ ਉਹੀ ਚੀਜ਼ ਇਹ ਕਰਵਾਉਣ ਲੱਗੇ ਹੋਏ ਆ ਵੀ ਇੰਡੀਆ ਇਜ਼ ਮੋਦੀ ਐਂਡ ਮੋਦੀ ਇਜ਼ ਇੰਡੀਆ। ਇਹ ਅਸਲੀਅਤ ਦੇ ਵਿੱਚ ਉਹ ਫਿਰ ਵੀ ਸਹੀ ਸੀਗਾ। ਤੁਸੀਂ ਦੇਸ਼ ਨਾਲ ਕੰਪੇਅਰ ਕਰ ਸਕਦੇ ਹੋ, ਦੇਸ਼ ਲਈ ਚੰਗਾ ਕਰੋ, ਲੋਕ ਕਿਵੇਂ ਨਹੀਂ ਕਹਿਣਗੇ। ਲੋਕ ਤੁਹਾਡੇ ਕੋਲੋਂ 10 ਸਾਲ ਨਹੀਂ ਸਾਂਭੇ ਗਏਗੇ, 7ਵੇਂ ਸਾਲ 'ਚ ਜਾ ਕੇ 7 ਸਾਲਾਂ 'ਚ ਤੁਸੀਂ ਬੇੜਾ ਕਰਕੇ ਕਰਤਾ। ਤੁਸੀਂ ਸਹੀ ਵੇ 'ਚ ਕੰਮ ਕਰਦੇ,
ਆਹੀ 20-20 ਘੰਟੇ ਦਾ ਕੰਮ ਜਿਹੜੀ ਤੁਸੀਂ ਕਹਿੰਦੇ ਆ ਮੈਂ ਇੰਨੇ ਘੰਟੇ ਕੰਮ ਕੀਤਾ, ਇੰਨੇ ਘੰਟੇ ਕੰਮ ਕੀਤਾ, ਇੰਨੇ ਘੰਟੇ ਕੰਮ ਕਰਨ ਦੇ ਬਾਵਜੂਦ ਦੇਸ਼ ਦਾ ਇਹ ਹਾਲ ਆ, ਤਾਂ ਸਾਹਿਬ ਜੀ ਸਾਡੇ ਹੱਥ ਜੋੜ ਕੇ ਆ ਪ੍ਰਧਾਨ ਮੰਤਰੀ ਜੀ 3 ਸਾਲ ਪਏ ਆ। ਰਿਕੁਐਸਟ ਆ ਤੁਹਾਡੇ ਅੱਗੇ, ਜੇ ਦੇਸ਼ ਦਾ ਥੋੜ੍ਹਾ ਜਿਹਾ ਵੀ ਪਿਆਰ ਆ, ਦੇਸ਼ ਦੇ ਲੋਕਾਂ ਨਾਲ ਥੋੜ੍ਹਾ ਜਿਹਾ ਵੀ ਫਿਕਰ ਆ, ਇਸ ਦੇਸ਼ ਦੇ ਥੋੜ੍ਹੇ ਜਿਹੇ ਵੀ ਬੇਟੇ ਬਣਨਾ ਚਾਹੁੰਦੇ ਹੋ ਤਾਂ ਸ਼ਰਮੋ ਸ਼ਰਮੀ ਅਸਤੀਫਾ ਦੇ ਦਿਓ, ਨੈਤਿਕ ਬਲ ਦੇ ਆਧਾਰ 'ਤੇ ਅਸਤੀਫਾ ਦੇ ਦਿਓ। ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਗਾ। ਇਹ ਦੇਸ਼ ਆ, ਇਹ ਭਾਰਤ ਦੇਸ਼ ਦੇ ਲੋਕ ਬਹੁਤ ਮਹਾਨ ਆ, ਇਹ ਸਾਰਾ ਕੁਝ ਬਰਬਾਦ ਕਰਕੇ ਵੀ ਮਾਫ ਕਰਨਾ ਜਾਣਦੇ ਆ। ਬੜਾ ਵੱਡਾ ਜਿਗਰਾ ਦਿੱਤਾ ਦੇਸ਼ ਦੇ ਲੋਕਾਂ ਨੂੰ, ਜਿੱਡਾ ਜਿਗਰਾ ਭਾਰਤ ਦੇ ਲੋਕਾਂ ਕੋਲ ਆ ਐਡਾ ਜਿਗਰਾ ਕਿਸੇ ਦੇਸ਼ ਦੇ। ਵਰਲਡ ਇਕਨੋਮੀ ਸਭ ਤੋਂ ਵੱਡੀ ਕੌਣ ਆ? ਅਮਰੀਕਾ ਏ। ਅਮਰੀਕਾ ਦੇ ਲੋਕਾਂ ਕੋਲ ਕੇ ਸਭ ਤੋਂ ਪੁਰਾਣੀ ਓਲਡੈਸਟ ਡੈਮੋਕ੍ਰੇਸੀ ਆ, ਉਹ 145 ਸਾਲ ਪੁਰਾਣੀ ਡੈਮੋਕ੍ਰੇਸੀ ਆ। ਉਹਨਾਂ ਲੋਕਾਂ ਕੋਲੇ ਵੀ ਐਡਾ ਜਿਗਰਾ ਹੈ ਨਹੀਂਗਾ ਜਿੱਡਾ ਸਬਰ ਸੰਤੋਸ਼ ਸਾਡੇ ਲੋਕਾਂ ਨੂੰ ਦਿੱਤਾ ਹੋਇਆ। ਮਾਫ ਕਰ ਦੇਣਗੇ, ਕੋਈ ਗੱਲ ਨਹੀਂ, ਗਲਤੀਆਂ ਹੋ ਗਈਆਂ। ਨਵੀਂ ਯੁਵਾ ਪੀੜ੍ਹੀ ਨੂੰ ਦਿਓ। ਤੁਸੀਂ ਕੀ ਕਰਨਾ ਹੈ? ਸਾਰਾ ਕੁਝ ਬਰਬਾਦ ਕਰਕੇ ਤੁਸੀਂ ਹਜੇ ਵੀ ਕਹਿੰਦੇ ਹੋ ਆਪ ਦਾ ਕੰਪੇਅਰ, ਆਪਦੀਆਂ ਗਲਤੀਆਂ ਛੁਪਾਉਣ ਲਈ ਤੁਸੀਂ ਪਲਸ ਪੋਲੀਓ ਵਰਗੇ ਅਭਿਆਨ ਨੂੰ ਬਦਨਾਮ ਕਰਤਾ। ਰਾਤ ਮੈਂ ਟੀਵੀ ਤੇ ਦੇਖ ਕੇ, ਰਾਤ ਤੁਸੀਂ ਯਕੀਨ ਮੰਨਿਓ ਰਾਤ ਦਾ ਪ੍ਰਾਈਮ ਟਾਈਮ ਦੇਖਣ ਵਾਲਾ ਸੀਗਾ ਜੀ, ਹੈ ਜੀ। ਹਾਂ, ਕੱਲ 8 ਤਰੀਕ 8/6/2021 8 ਜੂਨ 2021 ਰਾਤ ਦਾ ਜਿਹੜਾ ਪ੍ਰੋਗਰਾਮ ਆਇਆ ਸੀਗਾ ਪ੍ਰਾਈਮ ਟਾਈਮ ਦਾ ਰਵੀਸ਼ ਕੁਮਾਰ ਜੀ ਦਾ, ਉਹਦੇ ਤੇ ਐਡਰੈਸ ਟੂ ਨੇਸ਼ਨ ਵਾਲਾ ਪ੍ਰੋਗਰਾਮ ਦਾ ਸਾਰਾ ਸੰਬੋਧਨ ਕੀਤਾ ਹੋਇਆ ਉਹਨਾਂ ਨੇ। ਹੁਣ ਤਾਂ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜੀਆਂ ਖਬਰਾਂ ਜਾਂ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ ਜਾਂ ਅਸੀਂ ਗਲਤ ਕਰ ਰਹੇ ਹਾਂ, ਕੋਈ ਗਲਤ ਗਾਈਡ ਕਰ ਰਹੇ ਹਾਂ, ਇਹ ਪਬਲਿਕ ਫਿਗਰ ਦੇ ਵਿੱਚ ਆ ਚੁੱਕੀਆਂ। ਨੈਸ਼ਨਲ ਟੀਵੀ ਦੀ ਨਿਊਜ਼ ਆ, ਗੋਦੀ ਮੀਡੀਆ ਨੇ ਤਾਂ ਦਿਖਾਉਣਾ ਨਹੀਂਗਾ ਤੁਹਾਨੂੰ। ਉਹ ਇੱਕ ਇਹੋ ਜਿਹਾ ਚੈਨਲ ਹੀ ਵਿਚਾਰਾ ਬਚਿਆ ਹੋਇਆ ਜਿਹੜਾ ਇਸ ਵਕਤ ਲੜ ਰਿਹਾ, ਕਿਉਂਕਿ ਜਦੋਂ ਦੁਸ਼ਮਣ ਇੱਕੋ ਹੀ ਰਹਿ ਜੇ, ਉਹਨੂੰ ਵੀ ਜੇਕਰ ਕਲੈਪਸ ਕਰ ਦੇਣਾ ਤੇ ਰਾਜਾ ਤੇ ਤਾਨਾਸ਼ਾਹੀ ਰਾਜੇ ਤੇ ਜ਼ਿਆਦਾ ਬਾਰਡਨ ਪੈ ਜਾਂਦਾ ਹੈ ਵੀ ਤੁਸੀਂ ਤਾਂ ਕਿਸੇ ਨੂੰ ਵੀ ਨਹੀਂ ਜਰ ਸਕਦੇਗੇ, ਤੁਸੀਂ ਤਾਂ ਆਲੋਚਨਾ ਜਰਾ ਵੀ ਜਿੰਨੀ ਵੀ ਨਹੀਂ ਸਹਾਰ ਦੇਗੇ। ਧੰਨਵਾਦ ਆ ਉਸ ਸੰਸਥਾਨ ਦਾ ਜਿਹੜੇ ਸਾਨੂੰ ਹਜੇ ਵੀ ਥੋੜ੍ਹਾ ਬਹੁਤਾ ਸਮਝਾ ਰਹੇ ਆ। ਪਰ ਹੁਣ ਉਹ ਵੀ ਵਿਚਾਰਾ ਰਾਤ ਉਹਦਾ ਦੇਖ ਕੇ ਲੱਗਦਾ ਸੀਗਾ ਵੀ ਉਹ ਬੰਦਾ ਵਿਚਾਰਾ ਬਹੁਤ ਗੁੱਸੇ 'ਚ ਸੀਗਾ ਵੀ ਇੱਕ ਬੰਦਾ ਇੰਨੀ ਤਬਾਹੀ ਤੋਂ ਬਾਅਦ ਵੀ ਤੁਸੀਂ ਆਪਦੀ ਗਲਤੀ ਮੰਨਣ ਦੀ ਬਜਾਏ ਆਪਦੀ ਗਲਤੀ ਨੂੰ ਛੁਪਾਉਣ ਦੇ ਲਈ ਤੁਸੀਂ ਐਡੇ ਵੱਡੇ ਅਭਿਆਨ ਨੂੰ, ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਅਭਿਆਨ ਸੀ, ਉਸ ਸਮੇਂ ਦਾ ਅਭਿਆਨ ਸੀਗਾ ਜਦੋਂ ਦੇਸ਼ ਦੇ ਵਿੱਚ ਕੋਈ ਟੈਕਨੋਲੋਜੀ ਨਹੀਂ ਸੀਗੀ। ਸਰਕਾਰ ਕਹਿੰਦੀ ਅਸੀਂ ਵੈਕਸੀਨੇਸ਼ਨ ਦਾ ਐਡਾ ਕੰਮ ਕਰਤਾ, ਪਲਸ ਪੋਲੀਓ ਦਾ ਅਭਿਆਨ ਦਾ ਜਿੱਡਾ ਸਟਰਕਚਰ ਬਣਿਆ ਹੋਇਆ ਸੀਗਾ, ਨਾ ਕੋਈ ਆਧਾਰ ਕਾਰਡ, ਨਾ ਕੋਈ ਆਇਡੈਂਟੀਫਿਕੇਸ਼ਨ ਕਾਰਡ, ਨਾ ਕੋਈ ਤੁਹਾਡੀ ਆਪਦੀ ਆਇਡੈਂਟੀਫਿਕੇਸ਼ਨ, ਬਿਨਾਂ ਆਧਾਰ ਕਾਰਡ ਤੋਂ, ਬਿਨਾਂ ਕਿਸੇ ਕਾਗਜ਼ ਦੀ ਪ੍ਰੂਫ ਤੋਂ ਘਰੇ ਘਰੇ ਜਾ ਕੇ ਤੁਹਾਨੂੰ ਪਲਸ ਪੋਲੀਓ ਦੀਆਂ ਬੂੰਦਾਂ ਮਿਲਦੀਆਂ ਸੀਗੀਆਂ। ਸੈਂਟਰ ਗੌਰਮੈਂਟ ਨੇ ਇਸ ਸਾਰੇ ਸਟਰਕਚਰ ਦਾ ਇਸਤੇਮਾਲ ਕੀਤਾ ਵੈਕਸੀਨੇਸ਼ਨ ਲਈ। ਸਭ ਤੋਂ ਵੱਡਾ ਟੀਕਾਕਰਨ ਅਭਿਆਨ ਕਹਿਤਾ, ਇਸ ਚੀਜ਼ ਦਾ ਇਸਤੇਮਾਲ ਕੀਤਾ ਸਰਕਾਰ ਨੇ ਉਹਦੇ ਲਈ, ਜਦ ਕਿ ਉਹ ਕਰ ਸਕਦੀ ਸੀਗੀ। ਇੰਨੇ ਸਾਲਾਂ ਦਾ ਸਾਡਾ ਉਹ ਸਟਰਕਚਰ ਬਣਿਆ ਹੋਇਆ ਸੀਗਾ, ਤੁਸੀਂ ਆਪਦਾ ਸਟਰਕਚਰ ਵੀ ਫੇਲ ਕੀਤਾ। ਕਿੱਥੋਂ ਕਿਹੜੀ ਚੀਜ਼ ਦੀ ਯੂਜ਼ ਕਰ ਸਕਦੇ ਆ, ਕਿਹੜੇ ਡਿਪਾਰਟਮੈਂਟ ਨੂੰ, ਲੋਕਾਂ ਨੂੰ ਕਿੱਥੋਂ ਯੂਜ਼ ਕਰ ਸਕਦੇ ਆ, ਸਾਰੇ ਸਰਕਾਰੀ ਡਿਪਾਰਟਮੈਂਟਾਂ ਨੂੰ ਯੂਜ਼ ਕਰ ਸਕਦੇ ਸੀਗੇ, ਉਹ ਤਾਂ ਤੁਸੀਂ ਵੇਚਤੇ ਹੀ। ਉਹ ਤਾਂ ਤੁਸੀਂ ਸਾਰੇ ਅਡਾਨੀ ਅੰਬਾਨੀ ਨੂੰ ਸੇਲ ਕਰੀ ਜਾਂਦੇ ਹੋ। ਜਦੋਂ ਦੋ ਲੋਕਾਂ ਨੂੰ ਵੇਚੋਗੇ, ਬਿਜ਼ਨਸਮੈਨ ਤਾਂ ਉਹਦਾ ਬਿਜ਼ਨਸ ਪਹਿਲਾਂ ਦੇਖਦਾ ਹੁੰਦਾ ਜੀ, ਉਹਨਾਂ ਨੂੰ ਦੇਸ਼ ਦੇ ਲੋਕਾਂ ਨਾਲ ਕੀ ਮਤਲਬ ਆ। 3 ਬਿੱਲ ਜਮਾਖੋਰੀ ਦੇ ਬਰਾਬਰ ਆ। ਕੌਨਸਟੀਟਿਊਸ਼ਨ ਕਹਿੰਦਾ ਜਮਾਖੋਰੀ ਨਹੀਂ ਹੋਣੀ ਚਾਹੀਦੀ। ਤੁਸੀਂ ਟ੍ਰੇਡ ਐਂਡ ਕਮਰਸ ਵਾਲਾ ਤੁਸੀਂ ਮੈਥਡ ਚੱਕ ਕੇ ਤੁਸੀਂ ਇਹ ਚੀਜ਼ ਕਹੀ ਜਾਂਦੇ ਹੋ ਵੀ ਇਹ ਜ਼ਰੂਰੀ ਆ, ਅਸੀਂ ਕਾਨੂੰਨ ਨੂੰ, ਸੰਵਿਧਾਨ ਨੂੰ ਅਸੀਂ ਬਾਈਪਾਸ ਕੀਤਾ ਹੀ ਨਹੀਂਗਾ, ਅਸੀਂ ਕੋਈ ਚੀਜ਼ ਨਹੀਂ ਛੇੜੀਗੀ। ਫਿਰ ਕਹਿੰਦੇ ਸਰਕਾਰ ਪਹਿਲਾਂ ਵਾਲੀ ਲੈ ਕੇ ਆਉਣਾ ਚਾਹੁੰਦੀ ਸੀਗੀ। ਕਿੱਥੇ ਛੁਪਾਓਗੇ, ਕਿੰਨਾ ਝੂਠ ਬੋਲੋਗੇ। ਪਹਿਲਾਂ ਤੁਸੀਂ ਐਂਟਰੀ ਸਰਕਾਰ ਨੇ ਬੈਕ ਡੋਰ ਤੋਂ ਲਈ, ਸਰਕਾਰ ਬਣਾਉਣ ਲਈ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਮੇਰਾ ਵਿਰੋਧ ਵੀਰ ਜੀ ਸਿਰਫ ਇੱਕ ਚੀਜ਼ ਲਈ ਆ, ਮੈਨੂੰ ਉਹ ਪ੍ਰਧਾਨ ਮੰਤਰੀ ਚਾਹੀਦਾ ਜਿਹੜਾ 2014 ਤੋਂ ਪਹਿਲਾਂ ਕਹਿੰਦਾ ਸੀਗਾ ਵੀ 61 ਰੁਪਏ ਪੈਟਰੋਲ ਆ, ਪੈਟਰੋਲ ਅਸਲੀ ਇਹਦੇ ਦੇ ਵਿੱਚ 35 ਰੁਪਏ ਹੋਣਾ ਚਾਹੀਦਾ। ਮੈਨੂੰ ਉਹ ਪ੍ਰਧਾਨ ਮੰਤਰੀ ਚਾਹੀਦਾ ਜਿਹੜਾ ਕਹਿੰਦਾ ਸੀ 400 ਰੁਪਈਆ ਸਿਲੰਡਰ ਆ ਕਾਂਗਰਸ ਦੇ ਰਾਜ ਦੇ ਵਿੱਚ, ਇਹ 200 ਹੋਣਾ ਚਾਹੀਦਾ ਸੀਗਾ। ਮੈਨੂੰ ਉਹ ਚਾਹੀਦਾ ਜਿਹੜਾ ਕਹਿੰਦਾ ਸੀ ਮੈਂ 2 ਕਰੋੜ ਨੌਕਰੀਆਂ ਹਰ ਸਾਲ ਦਊਂਗਾ। ਮੈਨੂੰ ਉਹ ਬੰਦਾ ਚਾਹੀਦਾ। ਮੌਜੂਦਾ ਪ੍ਰਧਾਨ ਮੰਤਰੀ ਨੇ ਸਾਡਾ ਉਹ ਪ੍ਰਧਾਨ ਮੰਤਰੀ ਖਾ ਲਿਆ, ਇਸ ਬੰਦੇ ਦੇ ਝੂਠ ਨੇ ਸਾਡਾ ਉਹ ਪ੍ਰਧਾਨ ਮੰਤਰੀ ਖਾ ਲਿਆ। ਸਾਨੂੰ ਉਹ ਮਿਹਨਤ ਕਰਨ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਸੀਗਾ, ਜਿਹੜਾ ਬੰਦਾ ਇੰਨੇ ਘੰਟੇ ਮਿਹਨਤ ਕਰਨ ਨੂੰ ਤਿਆਰ ਸੀਗਾ। ਹੁਣ ਰੱਬ ਜਾਣੇ ਇਹ ਬਦਲ ਗਿਆ, ਰੱਬ ਜਾਣੇ ਇਹਨੂੰ ਉਹਨੂੰ ਖਾ ਲਿਆ, ਰੱਬ ਜਾਣੇ ਉਹ ਇਹਨੂੰ ਨਿਕਲ ਗਿਆ, ਜਾਂ ਦੋਨੇ ਇੱਕੋ ਹੀ ਹੈ। ਸਾਨੂੰ ਉਹ ਬੰਦਾ ਚਾਹੀਦਾ, ਬਸ ਸੱਚ ਬੋਲਣ ਵਾਲਾ, ਝੂਠ ਬੋਲਣ ਵਾਲਾ ਬੰਦਾ ਨਹੀਂ ਚਾਹੀਦਾ। ਹਾਂਜੀ, ਤੁਸੀਂ ਸੁਣ ਲੀਆਂ ਜੀ ਇਸ ਵੀਰ ਦੀਆਂ ਗੱਲਾਂ, ਕਿੰਨਾ ਜਜ਼ਬਾ ਭਰਿਆ ਜੀ, ਹੈਰਾਨ ਆ ਅਸੀਂ ਵੀ। ਤੇ ਬਹੁਤ ਵਧਾਈ ਦੇ ਪਾਤਰ ਹੋ ਵੀਰੇ ਤੁਸੀਂ। ਹਾਂ, ਤੇ ਅਸੀਂ ਤੁਹਾਡੀ ਸੋਚ ਨੂੰ ਤੇ ਤੁਹਾਡੀ ਇਸ ਜਿਹੜੀ ਕੜੀ ਮਿਹਨਤ ਗਰਮੀ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ, ਅਸੀਂ ਉਹਦੇ ਲਈ ਤੁਹਾਨੂੰ ਸਲਾਮ ਕਰਦੇ ਹਾਂ। ਧੰਨਵਾਦ ਵੀਰ ਜੀ। ਤੇ
ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਕੁਝ ਬੰਦੇ ਜਿਹੜੇ ਕਹਿੰਦੇ ਨੇ ਨਾ ਵੀ ਜਿਹੜੇ ਅੰਦੋਲਨ ਕਰਦੇ ਨੇ ਉਹ ਵਿਹਲੇ ਹੁੰਦੇ ਨੇ, ਤੇ ਉਹਨਾਂ ਲਈ ਇਹ ਵੀਰ ਜਿਹੜਾ ਇੱਕ ਮੂੰਹ ਤੇ ਚਪੇੜ ਆ ਵੀ ਜੇ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਤਾਂ ਆਪਣੀ ਨਾਲ ਡਿਊਟੀ ਕਰਕੇ ਤੁਸੀਂ ਸਮਾਂ ਕੱਢ ਸਕਦੇ ਹੋ। ਤੁਸੀਂ ਬੋਲਣ ਵਾਲੇ ਬਣੋ, ਤੁਸੀਂ ਵਿਰੋਧ ਕਰਨ ਵਾਲੇ ਬਣੋ, ਤੁਸੀਂ ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਹੀ ਬਹੁਤ ਕੁਝ ਕਰ ਸਕਦੇ ਹੋ, ਜਿੱਦਾਂ ਇਹ ਵੀਰ ਕਰ ਰਿਹਾ। ਸਵੇਰੇ ਸ਼ਾਮ ਇੱਥੇ ਜੋ ਵੀ ਆਪਣਾ ਵਿਰੋਧ ਆ ਕਰਦਾ ਆ, ਤੇ ਦਿਨੇ ਆਪਣੀ ਵੀਰ ਇਹ ਡਿਊਟੀ ਕਰਦਾ, ਤੇ ਬਹੁਤ ਵਧੀਆ ਲੱਗਿਆ ਵੀਰੇ। ਅਸੀਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਦਿੱਤਾ ਸਾਨੂੰ। ਤੇ ਹੁਣ ਮੈਂ ਇੱਕ ਅਖੀਰ 'ਚ ਤੁਹਾਡੀ ਇੱਕ ਅਪੀਲ ਸਿਰਫ ਸ਼ਾਰਟ ਜੀ ਲੈਣਾ ਚਾਹੂੰਗਾ, ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਵੀਰ ਜੀ ਮੇਰੇ ਸਾਰੇ ਦੇਸ਼ ਅੱਗੇ ਇਹੀ ਆ ਵੀ ਸਾਨੂੰ 74 ਸਾਲ ਹੋ ਗਏ ਆਜ਼ਾਦ ਹੋਇਆ ਨੂੰ। ਅਸੀਂ ਕਦੇ ਇਹ ਨਹੀਂ ਸੀ ਸੋਚਿਆਗਾ ਵੀ 74 ਸਾਲਾਂ ਦੇ ਵਿੱਚ ਆਉਂਦੇ ਆਉਂਦੇ ਹੀ ਅਸੀਂ ਇੰਨਾ ਕਲੈਪਸ ਕਰ ਜਾਵਾਂਗੇ। ਸਰਕਾਰਾਂ ਮਾੜਾ ਚੰਗਾ ਕਰਦੀਆਂ ਹੁੰਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਨੋ ਡਾਊਟ। ਸਾਡਾ ਨਾਗਰਿਕ ਬਣ ਕੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਡੈਮੋਕ੍ਰੇਸੀ ਦੇ ਵਿੱਚ ਜ਼ਿੰਮੇਦਾਰ ਨਾਗਰਿਕ ਬਣ ਕੇ, ਸੁਚੇਤ ਨਾਗਰਿਕ ਬਣ ਕੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਸੀਂ ਜਦੋਂ ਨਾਗਰਿਕ ਨਹੀਂ ਬਣਦੇ ਨਾ, ਕਿਸੇ ਪਾਰਟੀ ਦੇ ਵਰਕਰ ਬਣ ਜਾਂਦੇ ਆ, ਕਿਸੇ ਦੇ ਖਾਸ ਬੰਦੇ ਬਣ ਜਾਂਦੇ ਆ, ਜਾਂ ਅਸੀਂ ਆਪਦੀਆਂ ਪਕਾਉਣ ਲੱਗ ਜਾਂਦੇ ਆ, ਕਿਸੇ ਦੇ ਪਿੱਛੇ ਲੱਗ ਜਾਂਦੇ ਆ, ਉਦੋਂ ਅਸੀਂ ਕਲੈਪਸ ਕਰਦੇ ਆ, ਉਦੋਂ ਅਸੀਂ ਘਾਟਾ ਖਾਂਦੇ ਆ। ਜਿਹਦਾ ਮਰਜ਼ੀ ਸਾਥ ਦਿਓ, ਪਰ ਪੋਲੀਟੀਕਲੀ ਦੇਖ ਲਓ, ਸਿਸਟਮ ਸਾਡਾ ਪੋਲੀਟੀਕਲੀ ਸੋਸ਼ਲੀ ਸਾਡਾ ਸਾਰਾ ਜੁੜਿਆ ਹੋਇਆ ਆਪਸ ਵਿੱਚ। ਅਸੀਂ ਚਾਹ ਕੇ ਵੀ ਬਾਹਰ ਨਹੀਂ ਹੋ ਸਕਦੇਗੇ। ਮੇਰੀ ਅਪੀਲ ਸਾਰਿਆਂ ਅੱਗੇ ਸਿਰਫ ਇਹ ਆ, ਨੰਬਰ 1 ਜ਼ਿੰਮੇਦਾਰ ਨਾਗਰਿਕ ਬਣੋ। ਜ਼ਿੰਮੇਦਾਰ ਨਾਗਰਿਕ ਬਣੋ ਤਾਂ ਆਪਾਂ ਨੂੰ ਦਿਮਾਗ ਦਿੱਤਾ, ਰੱਬ ਨੇ ਸਾਰਾ ਕੁਝ ਦਿੱਤਾ। ਸਰਕਾਰ ਜੋ ਕਰਦੀ ਆ ਉਹਨੂੰ ਅੱਖਾਂ ਬੰਦ ਕਰਕੇ ਕਦੇ ਨਾ ਮੰਨੋ। ਮੌਜੂਦਾ ਸਰਕਾਰ ਐਡੀ ਸ਼ਾਤਿਰ ਆ, ਐਡੀ ਤੇਜ਼ ਆ, ਤੁਸੀਂ ਸੋਚ ਨਹੀਂ ਸਕਦੇਗੇ। ਤੁਸੀਂ ਉਹ ਸੋਚੋ ਵੀ ਇੱਕ ਟਾਈਮ ਤੇ 19 ਦੀਆਂ ਵੋਟਾਂ ਤੋਂ ਪਹਿਲਾਂ ਅਟੈਕ ਹੋਇਆ ਸੀਗਾ ਸਾਡੇ ਨੌਜਵਾਨਾਂ ਤੇ, 40 ਨੌਜਵਾਨ ਸ਼ਹੀਦ ਹੋਏ ਸੀਗੇ ਮੇਰੇ ਦੇਸ਼ ਦੇ ਨਾਗਰਿਕ, 40 ਮਾਵਾਂ ਦੀਆਂ ਕੁੱਖਾਂ ਉਜੜੀਆਂ ਸੀ ਉਦੋਂ। ਉਸ ਵਕਤ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀਗੀ ਲੋਕਾਂ ਨੂੰ ਰੈਲੀ ਦੇ ਵਿੱਚ ਵੀ ਕੀ ਆਪ ਲੋਗੋਂ ਦਾ ਵੋਟ ਪੁਲਵਾਮਾ ਕੇ ਸ਼ਹੀदों को समर्पित हो सकता है। ਇਹ ਪ੍ਰਧਾਨ ਮੰਤਰੀ ਨੂੰ ਕਿਸੇ ਨੂੰ ਹੱਕ ਨਹੀਂਗਾ ਕਹਿਣ ਦਾ। ਕਿਉਂਕਿ ਪ੍ਰਧਾਨ ਮੰਤਰੀ ਨੇ ਉਹਦੇ ਨਾਲ ਕੋਈ ਲਿੰਕ ਨਹੀਂ ਸੀਗਾ। ਜਾਂ ਤਾਂ ਇਹ ਹੋ ਸਕੇ ਵੀ ਪ੍ਰਧਾਨ ਮੰਤਰੀ ਨੇ ਮਰਵਾਏ ਹੋਣ, ਫਿਰ ਤਾਂ ਉਹ ਕਹਿ ਸਕਦਾ ਹੁੰਦਾ। ਇਹ ਚੀਜ਼ ਨਹੀਂ ਕਹਿ ਸਕਦੇ ਸੀਗੇ। ਅਸੀਂ ਉੱਥੇ ਇਹਨਾਂ ਚੀਜ਼ਾਂ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੁੰਦਾ। ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ, ਅਸੀਂ ਨਾਗਰਿਕ ਨਹੀਂ ਬਣੇਗੇ। ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਤਾ, ਕਿੰਨਾ ਕੁਛ ਹੋਇਆ, ਹਰ ਚੀਜ਼ ਇਗਨੋਰ ਕਰਤੀ। ਸਰਕਾਰ ਨੇ ਪਹਿਲਾਂ ਥੋੜ੍ਹੇ ਡਿਸੀਜਨਾਂ ਰਾਹੀਂ ਸਾਨੂੰ ਇਹੀ ਦੇਖਿਆ ਵੀ ਇਹ ਕਿੰਨੀਆਂ ਕੁ ਚਪੇੜਾਂ ਝੱਲਦੇ ਆ। ਨੋਟਬੰਦੀ ਤੋਂ ਲੈ ਕੇ GST, ਆ ਤਿੰਨੇ ਬਿੱਲ, ਹੋਰ ਵਿੱਚ ਸਾਰੇ ਜਿੰਨੇ ਪਾਲਿਸੀਆਂ ਆਈਆਂ, ਉਹ ਸਾਰੇ ਸਾਡੇ ਡੈਮੋਕ੍ਰੇਸੀ ਦੇ ਥਪੇੜੇ ਹੀ ਸੀਗੇ। ਉਹ ਚੱਲਦੇ ਅਸੀਂ ਇੱਥੋਂ ਤੱਕ ਕਲੈਪਸ ਕਰ ਗਏ। ਅੱਜ ਮੇਰੀ ਸਾਰਿਆਂ ਅੱਗੇ ਇਹੀ ਫੇਰ ਅਪੀਲ ਆ, ਨਾਗਰਿਕ ਬਣੋ, ਜ਼ਿੰਮੇਦਾਰ ਨਾਗਰਿਕ ਬਣੋ, ਰਿਸਪੌਂਸੀਬਲ ਬਣੋ, ਸੁਚੇਤ ਨਾਗਰਿਕ ਬਣੋ, ਕਿਸੇ ਦੇ ਪਿੱਛੇ ਨਾ ਲੱਗੋ, ਸਾਰਿਆਂ ਦੀ ਕੈਲਕੂਲੇਸ਼ਨ ਕਰੋ। ਜਦੋਂ ਹੁਣ ਸਾਰਾ ਸਿਸਟਮ ਵਿਗੜ ਗਿਆ, ਸਰਕਾਰ ਨੇ ਸਹੀ ਨਹੀਂ ਕਰਨਾ ਗਾ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਨਰਿੰਦਰ ਮੋਦੀ ਸਰਕਾਰ ਤੋਂ ਪਹਿਲਾਂ 14 ਤੋਂ ਪਹਿਲਾਂ ਥੱਲੇ ਗੜਬੜ ਹੁੰਦੀ ਸੀਗੀ। ਜਦੋਂ ਉੱਪਰ ਤੱਕ ਜਾਂਦੀ ਸੀਗੀ ਤਾਂ ਵੱਡੇ ਲੋਕਾਂ ਨੂੰ ਪਤਾ ਲੱਗਦਾ ਸੀਗਾ, ਉਹ ਉੱਪਰੋਂ ਠੀਕ ਕਰਨਾ ਸ਼ੁਰੂ ਕਰਦੇ ਸੀਗੇ। 14 ਦੇ ਵਿੱਚ ਸਿਸਟਮ ਇਹ ਚੇਂਜ ਹੋਇਆ ਵੀ ਸਰਕਾਰ ਹੀ ਸਾਰਾ ਕੁਝ ਕਰਨ ਲੱਗ ਗਈ। ਪਿਰਾਮਿਡ ਦੇ ਟੌਪ ਤੋਂ ਸਾਰਾ ਕੁਝ ਗਲਤ ਹੋਣ ਲੱਗ ਗਿਆ। ਸਰਕਾਰ ਕਹਿੰਦੀ ਆ ਜਦੋਂ ਸਾਨੂੰ ਲੋੜ ਆ ਅਸੀਂ ਉੱਥੇ ਆਹ ਕਰਵਾ ਦਾਂਗੇ, ਧਿਆਨ ਭਟਕਾ ਦਾਂਗੇ। ਸਰਕਾਰ ਕਹਿੰਦੀ ਆ ਜਦੋਂ ਸਾਨੂੰ ਲੋੜ ਆ ਅਸੀਂ ਪਾਲਿਸੀ ਲਿਆ ਦਾਂਗੇ। ਸਰਕਾਰ ਕਹਿੰਦੀ ਆ ਜਦੋਂ ਅਸੀਂ ਲੋਕਾਂ ਨੂੰ ਸਾਧਣਾ ਹੈ ਅਸੀਂ 6,000 ਰੁਪਈਆ ਸਾਲ ਦਾ ਕਿਸਾਨਾਂ ਨੂੰ ਦੇ ਦਾਂਗੇ। ਸਰਕਾਰ ਕਹਿੰਦੀ ਆ ਜਦੋਂ ਸਾਨੂੰ ਲੋੜ ਆ ਅਸੀਂ ਲੋਕਾਂ ਨੂੰ ਆਪਦੇ ਨਾਲ ਫਿਰ ਖਿੱਚ ਕੇ ਲੈ ਕੇ ਆਉਣਾ ਹੈ ਤਾਂ ਉਦੋਂ ਅਸੀਂ DBTA ਸਕੀਮ ਪਾ ਦਾਂਗੇ, ਡਾਇਰੈਕਟ ਟੂ ਬੈਨੀਫਿਟ। ਜਦੋਂ ਸਰਕਾਰ ਦੇ ਆਪਦੇ ਪੱਖ ਦੀ ਗੱਲ ਹੁੰਦੀ ਆ ਉਹ ਯੋਜਨਾ ਲੈ ਆਉਂਦੀ ਆ, ਫਾਈਨੈਂਸ਼ੀਅਲੀ ਲੋਕਾਂ ਨੂੰ ਤੋੜਦੀ ਆ। 6,000 ਨਾਲ ਕਿਸਾਨਾਂ ਦੇ ਘਰ ਨਹੀਂ ਚੱਲਦੇ। ਪ੍ਰਧਾਨ ਮੰਤਰੀ ਜੀ ਇਹ ਚੀਜ਼ ਨਾ ਕਰੋ। ਲੋਕਾਂ ਨੂੰ ਜਿਹੜੇ ਹੱਕ ਨਾਰਮਲੀ ਬਣਦੇ ਆ, ਜਿਹਦੇ ਲਈ ਲੋਕਾਂ ਨੇ ਤੁਹਾਨੂੰ ਚੁਣ ਕੇ ਬਿਠਾਇਆ ਏ, ਲੋਕਾਂ ਨੇ ਇਹ ਸੋਚਿਆ ਸੀਗਾ ਵੀ ਗਰੀਬ ਪਰਿਵਾਰ ਚੋਂ ਦੇ ਬੇਟਾ ਕੋਈ ਨਿਕਲ ਕੇ ਆਇਆ, ਸਾਡੇ ਲੋਕਾਂ ਦਾ ਗਰੀਬਾਂ ਦਾ ਸੁਣੂਗਾ। ਪਰ ਇਹ ਬੰਦਾ ਕਹਿੰਦੇ ਹੁੰਦੇ ਆ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਪੈਣ ਵਾਲਾ ਬੰਦਾ, ਉਹ ਗੱਲ ਕਰਦਾ ਇਹ ਕੰਮ ਤਾਂ ਸਮਝ ਆਉਂਦੀ ਸੀਗੀ ਵੀ ਉਹਨੂੰ ਥੱਲੜੀ ਗਰਾਊਂਡ ਲੈਵਲ ਦਾ ਜ਼ਮੀਨੀ ਹਕੀਕਤ ਦਾ ਨਹੀਂ ਪਤਾ ਹੁੰਦਾ। ਇਹ ਬੰਦਾ ਤਾਂ ਸਾਡੇ ਵਿੱਚੋਂ ਵਿਚਰ ਕੇ ਆਇਆ। ਅਗਰ ਸਾਡੇ ਵਿੱਚੋਂ ਵਿਚਰਨ ਵਾਲਾ ਬੰਦਾ ਹੀ ਸਾਨੂੰ ਕਲੈਪਸ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਝਟਕੇ ਜਿਹੜੇ ਹੁੰਦੇ ਆ ਲੋਕਾਂ ਲਈ ਬਹੁਤ ਵੱਡੇ ਹੁੰਦੇ ਆ। ਲੋਕ ਹਜੇ ਵੀ ਇੰਨੇ ਸ਼ਾਂਤ ਆ ਕਿ ਉਹ ਮਰਨ ਨੂੰ ਤਿਆਰ ਆ, ਸਾਇਲੈਂਟ ਆ।
ਹੋਰ ਥੋੜ੍ਹੇ ਜਿਹੇ ਲੋਕਾਂ ਲਈ ਹਾਲਾਤ ਮਾੜੇ ਹੋਣਗੇ ਤਾਂ ਨਿਕਲਣਾ ਹਰ ਕਿਸੇ ਨੂੰ ਪੈਣਾ। ਉਹ ਕਹਿੰਦੇ ਆ ਨਾ, ਜਦੋਂ ਅੱਗ ਲੱਗਦੀ ਆ ਜੰਗਲ ਦੇ ਵਿੱਚ ਤਾਂ ਹਰ ਜਗ੍ਹਾ ਤੇ ਪਹੁੰਚਦੀ ਆ, ਉਹਦੇ 'ਚ ਬਚਦਾ ਕੋਈ ਨਹੀਂ ਗਾ ਜੀ। ਸੇਮ ਇਹੀ ਚੀਜ਼ ਸਾਡੀ ਆ। ਹਾਲਾਤ ਅਮੀਰ ਦੇ ਵੀ ਮਾੜੇ ਹੋਏ ਆ, ਹਾਲਾਤ ਗਰੀਬ ਦੇ ਵੀ ਮਾੜੇ ਹੋਏ ਆ, ਹਾਲਾਤ ਮੋਦੀ ਦੇ ਸਮਰਥਕਾਂ ਦੇ ਵੀ ਮਾੜੇ ਹੋਏ ਆ, ਵਿਰੋਧੀਆਂ ਦੇ ਵੀ ਮਾੜੇ ਹੋਏ ਆ, ਹਰ ਚੀਜ਼ ਦੇ ਹਾਲਾਤ ਮਾੜੇ ਆ। ਤੇ ਬੀਜੇਪੀ ਸਰਕਾਰ ਨੂੰ ਛੱਡ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਮੇਰੀ ਅਪੀਲ ਆ, ਤੁਹਾਡੀਆਂ ਪਾਰਟੀਆਂ ਨੇ ਬਹੁਤ ਕੁਝ ਬਣਾਇਆ ਇੰਨੇ ਸਾਲਾਂ ਦੇ ਵਿੱਚ। ਐਡਾ ਸਟਰਕਚਰ ਜਿਹਨੂੰ 7 ਸਾਲਾਂ 'ਚ ਖੜਾ ਕਰ ਰਹੀ ਹੈ ਸਰਕਾਰ, ਉਹਨੂੰ ਬਣਾਇਆ ਪਿਛਲੀਆਂ ਸਰਕਾਰਾਂ ਨਹੀਂ ਆ। ਤੁਸੀਂ ਹੁਣ ਵਾਲੀ ਸਰਕਾਰ ਦੀਆਂ ਪਿੱਚਾਂ ਤੇ ਨਾ ਖੇਡੋ, ਉਹਨਾਂ ਦੇ ਰਸਤਿਆਂ 'ਚ ਨਾ ਆਓ। ਤੁਸੀਂ ਆਪ ਦਾ ਪਹਿਲਾਂ ਵਾਲਾ ਸਿਸਟਮ ਬਣਾ ਕੇ ਰੱਖੋ, ਉਹਨਾਂ ਕੌਂਸਟੀਟਿਊਸ਼ਨਲ ਅਦਾਰਿਆਂ ਨੂੰ ਖੜੇ ਕਰੋ। ਲੋਕ ਕਹਿੰਦੇ ਆ ਜਾਂ ਸਰਕਾਰਾਂ ਕਹਿੰਦੀਆਂ ਵੀ ਪ੍ਰਾਈਵੇਟਾਈਜੇਸ਼ਨ ਨਾਲ ਹੀ ਸਾਰਾ ਕੁਝ ਹੋਊਗਾ। ਸਰਕਾਰ ਦੀ ਸੰਪत्ति ਆਪਦੀ ਵਧੂਗੀ, PSU ਬਣਨਗੇ, ਸਰਕਾਰੀ ਅਦਾਰੇ ਬਣਨਗੇ, ਦੇਸ਼ ਦੀ ਸੰਪत्ति ਵਧੂਗੀ, ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਤਾਂ ਸਾਰਾ ਕੁਝ ਠੀਕ ਹੋ ਜਾਊਗਾ। ਇਹ ਚੀਜ਼ ਜ਼ਰੂਰੀ ਹੁੰਦੇ ਆ। ਸਾਰਾ ਦੇਸ਼ ਪ੍ਰਾਈਵੇਟ ਹੱਥਾਂ 'ਚ ਦੇ ਕੇ ਤਾਂ ਫਿਰ ਇਸ ਹਿਸਾਬ ਨਾਲ ਤਾਂ ਇਹਦਾ ਮਤਲਬ ਤੁਸੀਂ 100 ਕਰੋੜ ਤੋਂ ਉੱਪਰ ਲੋਕਾਂ ਨੂੰ ਤੁਸੀਂ 5 ਕਿਲੋ ਕਣਕ ਤੇ 2 ਕਿਲੋ ਗੇਹੂੰ ਤੇ ਰੱਖਣਾ ਚਾਹੁੰਦੇ ਆ, 2 ਕਿਲੋ ਦਾਲ ਤੇ ਰੱਖਣਾ ਚਾਹੁੰਦੇ ਆ। ਇਹ ਚੀਜ਼ਾਂ ਦਾ ਫਿਰ ਕਲੈਪਸ ਕਰ ਜਾਣਗੀਆਂ। ਇਹ ਚੀਜ਼ ਤਾਂ ਲੋੜ ਨਹੀਂ ਗੀ, ਉਹ ਤਾਂ ਫਿਰ ਤਾਨਾਸ਼ਾਹੀ ਸਿਸਟਮ ਹੋ ਗਿਆ। ਸਾਡੇ ਕੌਂਸਟੀਟਿਊਸ਼ਨ ਆ, ਸਾਡੀ ਡੈਮੋਕ੍ਰੇਸੀ ਆ, ਕੌਂਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਹੈ। ਸੁਪਰੀਮ ਕੋਰਟ ਬੈਠੀ ਆ, ਸੁਪਰੀਮ ਕੋਰਟ ਲੜਤਾੜ ਲਾ ਰਹੀ ਆ ਸਰਕਾਰ ਨੂੰ। ਸਰਕਾਰ ਦੇ ਕੰਨ ਤੇ ਫਿਰ ਵੀ ਜੂੰ ਨਹੀਂ ਸਰਕਦੀ। ਤੁਸੀਂ ਦੇਖੋ ਸਰਕਾਰ ਕਿੰਨੀ ਬੇਸ਼ਰਮ ਹੋਊਗੀ। ਲੋਕਾਂ ਅੱਗੇ ਮੇਰੀ ਅਪੀਲ ਆ, ਜ਼ਿੰਮੇਦਾਰ ਨਾਗਰਿਕ ਬਣੋ, ਇੱਕ ਦੂਜੇ ਦਾ ਸਹਾਰਾ ਬਣੋ। ਇਸ ਤਰਾਸਦੀ ਦੇ ਵਿੱਚ ਵੀ ਜਿਹੜਾ ਕੋਈ ਇਕਨੋਮਿਕਲੀ ਡਾਊਨ ਹੋਇਆ, ਘਰੋਂ ਡਾਊਨ ਹੋਇਆ, ਆਰਥਿਕ ਪੱਖੋਂ ਡਾਊਨ ਹੋਇਆ, ਰੋਜ਼ਗਾਰ ਤੋਂ ਡਾਊਨ ਹੋਇਆ, ਸੋਸ਼ਲੀ ਡਾਊਨ ਹੋਇਆ, ਉਹਦਾ ਸਹਾਰਾ ਬਣੋ। ਸਮਰੱਥ ਲੋਕਾਂ ਨੂੰ ਰੱਬ ਨੇ ਇਸੇ ਕਰਕੇ ਸਮਰੱਥ ਬਣਾਇਆ ਏ ਵੀ ਉਹ ਅਸਮਰੱਥ ਲੋਕਾਂ ਦੀ ਮਦਦ ਕਰ ਸਕਣ। ਪਰਮਾਤਮਾ ਨੇ ਸਾਰਿਆਂ ਨੂੰ ਇਸੇ ਕਰਕੇ ਇੱਕੋ ਜਿਹਾ ਨਹੀਂ ਕਰਤਾ, ਸਾਰਿਆਂ ਨੂੰ ਗਰੀਬ ਨਹੀਂ ਕਰਤਾ ਜਾਂ ਸਾਰਿਆਂ ਨੂੰ ਅਮੀਰ ਨਹੀਂ ਕਰਤਾ, ਬੈਲੈਂਸ ਬਣਾਇਆ ਉਹਨੇ। ਜੇ ਅੱਜ ਅਸੀਂ ਇਸ ਦੌਰ ਦੇ ਵਿੱਚ ਇਹੀ ਪੈ ਗਏ ਵੀ ਸਾਡਾ ਕਿਹੜਾ ਅੱਜ ਨੰਬਰ ਲੱਗਿਆ, ਸਾਡਾ ਤਾਂ ਘਰ ਚੱਲਦਾ ਏ, ਤਾਂ ਭਰਾਵੋ ਘਰ ਤੁਹਾਡਾ ਵੀ ਜਦ ਦੇ ਵਿੱਚ ਆਊਗਾ। ਅੱਜ ਨਾ ਸਹੀ 6 ਮਹੀਨਿਆਂ ਨੂੰ ਸਹੀ, ਸਾਲ ਨੂੰ ਸਹੀ, ਹਰ ਕਿਸੇ ਦਾ ਆਊਗਾ। ਅਸੀਂ ਅੱਜ ਨਿਕਲ ਰਹੇ ਹਾਂ, ਕਿਸਾਨ 6 ਮਹੀਨੇ ਪਹਿਲਾਂ ਨਿਕਲੇ ਸੀਗੇ, ਤੁਸੀਂ 6 ਮਹੀਨੇ ਬਾਅਦ ਨਿਕਲੋਗੇ, ਸਾਲ ਬਾਅਦ ਨਿਕਲੋਗੇ, ਸਾਰਿਆਂ ਨੂੰ ਨਿਕਲਣਾ ਪਊਗਾ। ਉਦੋਂ ਬਿਹਤਰ ਆ ਵੀ ਜਿਹੜਾ ਆਵਾਜ਼ ਚੱਕ ਰਿਹਾ ਉਹਦਾ ਸਮਰਥਨ ਕਰੋ, ਉਹਦਾ ਮੋਰਲ ਡਾਊਨ ਨਾ ਕਰੋ, ਉਹਦਾ ਮੋਰਲ ਉੱਚਾ ਚੱਕੋ। ਉਹ ਤੁਹਾਡੇ ਕੋਲੋਂ ਕੁਛ ਨਹੀਂ ਮੰਗਦਾ। ਮੈਂ ਇੱਥੇ ਇਕੱਲਾ ਬੈਠਦਾ ਤਾਂ ਮੈਂ ਕੁਛ ਨਹੀਂ ਮੰਗਦਾ। ਮੈਂ ਕਹਿੰਦਾ ਲੋਕ ਸਮਝਣ, ਦੇਖਣ, ਸੋਚਣ, ਵਿਚਾਰਨ, ਵੋਟ ਪਾਉਣ ਵੇਲੇ ਨਾਗਰਿਕ ਬਣਨ, ਦੇਸ਼ ਦੇ ਜ਼ਿੰਮੇਦਾਰ ਨਾਗਰਿਕ ਬਣਨ। ਡੈਮੋਕ੍ਰੇਸੀ ਦੇ ਅਸਲੀ ਮਾਲਕ ਸਰਕਾਰ ਨਹੀਂ ਹੁੰਦੀ ਗੀ, ਆਵਾਮ ਹੁੰਦੀ ਆ। ਅਸੀਂ ਲੋਕ ਆ ਡੈਮੋਕ੍ਰੇਸੀ ਦੇ ਜ਼ਿੰਮੇਦਾਰ, ਕਿਉਂਕਿ ਡੈਮੋਕ੍ਰੇਸੀ ਦਾ ਸਾਰਾ ਫੈਡਰਲ ਸਟਰਕਚਰ ਟੈਕਸ ਪੇਅਰ ਦੇ ਪੈਸੇ ਨਾਲ ਚੱਲਦਾ ਹੈ। ਟੈਕਸ ਪੇਅਰ ਦਾ ਪੈਸਾ ਜਨਤਾ ਤੋਂ ਆਉਂਦਾ ਹੈ, ਸਾਨੂੰ ਟੈਕਸ ਪੇਅਰ ਕਿਹਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੈਮੋਕ੍ਰੇਸੀ ਜ਼ਿੰਦਾਬਾਦ, ਕੌਂਸਟੀਟਿਊਸ਼ਨ ਜ਼ਿੰਦਾਬਾਦ, ਆਵਾਮ ਜ਼ਿੰਦਾਬਾਦ, ਕਿਸਾਨ ਜ਼ਿੰਦਾਬਾਦ। ਵਾਹਿਗੁਰੂ।